ਵਾਹਿਗੁਰੂ 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 ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ, ਸੰਤਾਂ ਨੇ, ਗੁਰਸਿੱਖਾਂ ਨੇ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਉਪਦੇਸ਼ ਬਖਸ਼ਿਸ਼ ਕੀਤਾ, ਸਾਨੂੰ ਸਮਝਾਉਂਦੇ ਵੀ ਜੋ ਸਾਡਾ ਸਾਰਿਆਂ ਦਾ ਮੂਲ, ਸਾਡਾ ਸਾਰਿਆਂ ਦਾ ਮਾਤਾ ਪਿਤਾ, ਉਹ ਇੱਕੋ ਹੀ ਹੈ, ਨਿਰੰਕਾਰ ਪਰਮੇਸ਼ਰ ਵਾਹਿਗੁਰੂ ਸਤਿਗੁਰੂ। ਹੁਣ ਸਤਿਗੁਰੂ ਦੀ ਜਿਹੜੀ ਸੇਵਾ ਹੈ, ਸਤਿਗੁਰੂ ਕਹਿੰਦੇ ਵੀ ਉਹ ਗਾਖੜੀ ਹੈ, ਮਤਲਬ ਔਖੀ ਹੈ। ਔਖੀ ਤਾਂ ਹੈ ਕਿਉਂਕਿ ਇਹਦੇ ਵਿੱਚ ਸਾਨੂੰ ਆਪਣਾ ਆਪਾ ਵਾਰਨਾ ਪੈਂਦਾ, ਆਪਣਾ ਆਪਾ ਮਾਰਨਾ ਪੈਂਦਾ। ਜੇ ਹੁਣ ਅਸੀਂ ਆਪਣਾ ਆਪਾ ਮਾਰ ਦਾਂਗੇ, ਸਾਡੀ ਸੁਰਤੀ ਸ਼ਬਦ ਗੁਰੂ ਦੇ ਨਾਲ, ਸ਼ਬਦ ਦੇ ਨਾਲ ਜੁੜ ਜੇਗੀ ਅੰਦਰੋਂ, ਸਾਡੀ ਫਿਰ ਕੀਤੀ ਹੋਈ ਸੇਵਾ ਇਹ ਸਾਰੀ ਥਾਈ ਪੈ ਜਾਂਦੀ। ਜਿਵੇਂ ਪਾਰਸ ਦੇ ਨਾਲ ਮਿਲ ਕੇ ਜਿਹੜਾ ਲੋਹਾ ਉਹ ਕੰਚਨ ਹੋ ਜਾਂਦਾ, ਇਸੇ ਤਰ੍ਹਾਂ ਹੀ ਫਿਰ ਸਤਿਗੁਰ ਨੂੰ ਮਿਲ ਕੇ ਸਾਡਾ ਜਿਹੜਾ ਮਨ ਇਹ ਮਾਲਕ ਦਾ ਹੀ ਰੂਪ ਹੋ ਜਾਂਦਾ, ਸਾਡੀ ਜੋਤ 'ਚ ਜੋਤ ਮਿਲ ਜਾਂਦੀ। ਮਹਾਰਾਜ ਇਸ ਲਈ ਫਰਮਾਉਂਦੇ, ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੇ ਆਪ ਗਵਾਈ। ਸ਼ਬਦ ਮਿਲੇ ਤਾਂ ਹਰ ਮਿਲੇ, ਸੇਵਾ ਪਵੇ ਸਭ ਥਾਈ। ਪਾਰਸ ਪਰਸਿਆਂ ਪਾਰਸ ਹੋਈ, ਜੋਤੀ ਜੋਤ ਸਮਾਈ। ਬਈ ਪਾਰਸ ਨੂੰ ਮਿਲ ਕੇ ਸਾਡਾ ਮਨ ਵੀ ਪਾਰਸ ਹੋ ਜਾਂਦਾ, ਸਾਡੀ ਜੋਤ 'ਚ ਜੋਤ ਸਮਾ ਜਾਂਦੀ, ਸਾਡਾ ਮਨ ਜਿਹੜਾ ਮਾਲਕ 'ਚ ਲੀਨ ਹੋ ਜਾਂਦਾ। ਹੌਲੀ ਸਤਿਗੁਰ ਦੀ ਸੇਵਾ ਅਸੀਂ ਕਰੀਏ ਕਿਵੇਂ? ਜਿਵੇਂ ਅਸੀਂ ਸਤਿਗੁਰ ਦੀ ਸੇਵਾ ਲੱਗੀਏ,
ਉਹਦੇ ਵਾਸਤੇ ਫਿਰ ਸਾਨੂੰ ਗੁਰੂ ਦੀ ਸ਼ਰਨ 'ਚ ਜਾਣਾ ਪੈਂਦਾ, ਸਾਨੂੰ ਗੁਰੂ ਦੀ ਮੱਤ ਲੈਣੀ ਪੈਂਦੀ। ਸਤਿਗੁਰ ਦੀ ਜਿਹੜੀ ਸੇਵਾ ਹੈ ਉਹ ਇਹਨਾਂ ਹੱਥਾਂ ਪੈਰਾਂ ਨਾਲ ਨਹੀਂ ਹੁੰਦੀ। ਸਤਿਗੁਰ ਦੀ ਸੇਵਾ ਦ੍ਰਿਸ਼ਟੀ ਦੁਆਰਾ ਕੀਤੀ ਜਾਂਦੀ, ਨਜ਼ਰਾਂ ਦੁਆਰਾ, ਦੇਖ ਦੇਖ ਕੇ। ਮਹਾਰਾਜ ਇਸ ਲਈ ਫਰਮਾਉਂਦੇ, ਨਦਰੀ ਸਤਿਗੁਰ ਸੇਵੀਐ, ਨਦਰੀ ਸੇਵਾ ਹੋਈ। ਨਦਰੀ ਇਹ ਮਨ ਵਾਸਾ ਵੇ, ਨਦਰੀ ਮਨ ਨਿਰਮਲ ਹੋਈ। ਨਜ਼ਰਾਂ ਦੁਆਰਾ ਦੇਖ ਦੇਖ ਕੇ ਸੇਵਾ ਕਰਨੀ, ਅਤੇ ਨਜ਼ਰਾਂ ਦੁਆਰਾ ਹੀ ਸਾਡਾ ਮਨ ਨਿਰਮਲ 'ਚ ਬਸ ਵਿੱਚ ਰਹਿੰਦਾ ਅਤੇ ਨਿਰਮਲ ਰਹਿੰਦਾ। ਇਹ ਸਾਡੀ ਕੀਤੀ ਹੋਈ ਸੇਵਾ ਸਫਲ ਹੈ ਜੇ ਅਸੀਂ ਚਿੱਤ ਲਾ ਕੇ ਕਰਦੇ ਹਾਂ। ਜਦੋਂ ਅਸੀਂ ਚਿੱਤ ਲਾ ਕੇ ਇਹ ਸੇਵਾ ਕਰਾਂਗੇ ਇੱਕ ਮਨ ਹੋ ਕੇ, ਫਿਰ ਇਹਦੇ ਨਾਲ ਸਾਨੂੰ ਮਨ ਚਿੰਦਿਆ ਫਲ ਜਿਹੜਾ ਉਹਦੀ ਪ੍ਰਾਪਤੀ ਹੁੰਦੀ, ਅਤੇ ਸਾਡੇ ਅੰਦਰੋਂ ਜਿਹੜੀ ਹਉਮੈ ਹੈ ਉਹ ਹਉਮੈ ਨਾਸ ਹੋ ਜਾਂਦੀ, ਹਉਮੈ ਦਾ ਖਾਤਮਾ ਹੋ ਜਾਂਦਾ। ਮਹਾਰਾਜ ਇਸ ਲਈ ਫਰਮਾਉਂਦੇ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ, ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ। ਸਤਿਗੁਰ ਦੀ ਕੀਤੀ ਹੋਈ ਸੇਵਾ ਇਹ ਸਫਲ ਹੈ ਜੇ ਅਸੀਂ ਚਿੱਤ ਲਾ ਕੇ ਕਰੀਏ। ਔਰ ਤਾਈਆਂ ਫਿਰ ਮਨ ਨੂੰ ਸਮਝਾਉਂਦੇ ਵੀ ਇਹ ਮਨਾ, ਤੂੰ ਮਾਲਕ ਪਰਮਾਤਮਾ ਦੀ ਸੇਵਾ ਕਰ ਅਤੇ ਇੱਕ ਮਨ ਇੱਕ ਚਿੱਤ ਹੋ ਕੇ ਕਰ। ਉਹ ਪਰਮਾਤਮਾ ਨੂੰ ਧਿਆ ਅਤੇ ਇੱਕ ਚਿੱਤ ਹੋ ਕੇ ਧਿਆ। ਰਮਾਉਂਦੇ ਐ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਈ। ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਈ। ਬਈ ਮਨਾਂ ਤੂੰ ਫੇਰ ਪਾਏਗਾ ਪਰਮੇਸ਼ਰ ਨੂੰ ਜੇ ਤੂੰ ਇੱਕ ਮਨ ਇੱਕ ਚਿੱਤ ਹੋ ਕੇ ਧਿਆਵੇਂ। ਔਰ ਸਾਡਾ ਮਨ ਜਿਹੜਾ ਜਦੋਂ ਇੱਧਰ ਤ੍ਰੈ ਗੁਣਾਂ 'ਚ ਹੁੰਦਾ, ਇਹ ਦੋ ਚਿੱਤੀ 'ਚ ਹੁੰਦਾ। ਦੋ ਚਿੱਤੀ ਬਈ ਅੱਧਾ ਧਿਆਨ ਸਾਡਾ ਇੱਧਰ, ਅਸੀਂ ਸੰਸਾਰ ਨੂੰ ਵੀ ਨਹੀਂ ਛੱਡਣਾ ਚਾਹੁੰਦੇ, ਆਪਦੀ ਮੱਤ ਵੀ ਨਹੀਂ ਛੱਡਣਾ ਚਾਹੁੰਦੇ। ਇਹ ਅਸੀਂ ਚਾਹੁੰਦੇ ਹਾਂ ਵੀ ਅਸੀਂ ਮਾਲਕ ਦੀ ਵੀ ਪ੍ਰਾਪਤੀ ਕਰ ਲਈਏ ਅਤੇ ਆਪਦੀ ਮੱਤ ਵੀ ਨਾ ਛੱਡੀਏ, ਅਤੇ ਇੱਦਾਂ ਹੋ ਨਹੀਂ ਸਕਦਾ। ਜੇ ਅਸੀਂ ਸਤਿਗੁਰ ਨੂੰ ਮਿਲਣਾ ਚਾਹੁੰਦੇ ਹਾਂ ਅਤੇ ਸਾਨੂੰ ਸਤਿਗੁਰ ਦੀ ਹੀ ਮੱਤ ਲੈਣੀ ਪੈਣੀ, ਆਪਦੀ ਮੱਤ ਛੱਡਣੀ ਪੈਣੀ। ਆਈਆਂ ਮਾਰੇ ਫਰਮਾਉਂਦੇ, ਸਤਿਗੁਰ ਕੀ ਜਿਸ ਨੂੰ ਮੱਤ ਆਵੇ, ਸੋ ਸਤਿਗੁਰ ਮਾਹੀ ਸਮਾਨਾ। ਬਈ ਜਿਨ੍ਹਾਂ ਨੂੰ ਸਤਿਗੁਰ ਦੀ ਮੱਤ ਆ ਗਈ ਉਹ ਸਤਿਗੁਰ 'ਚ ਸਮਾ ਜਾਂਦੀ, ਪਰਮਾਤਮਾ ਦੇ ਸਮਾਨ ਹੋ ਜਾਂਦੀ, ਉਹਨੂੰ ਮਿਲ ਕੇ ਉਹਦਾ ਹੀ ਰੂਪ ਹੋ ਜਾਂਦੀ। ਇਸ ਲਈ ਫਿਰ ਸਾਨੂੰ ਸਮਝਾਉਂਦੇ ਵੀ ਸਤਿਗੁਰ ਦੀ ਮੱਤ ਲਵੋ। ਹੁਣ ਸਤਿਗੁਰ ਦੀ ਮੱਤ ਲੈਣ ਦਾ ਵੇਲਾ ਹੈ। ਕਦੋਂ ਵੇਲਾ ਹੁੰਦਾ? ਜਿਉਂ ਹੀ ਅਸੀਂ ਇੱਧਰ ਆ ਕੇ ਪਾਉਣ ਦੇ ਵਿੱਚ ਸਾਡਾ ਮਨ ਪ੍ਰਵੇਸ਼ ਹੁੰਦਾ ਹੈ ਅਤੇ ਸਤਿਗੁਰ ਦੀ ਮੱਤ ਲੈਣ ਦਾ ਵੇਲਾ ਹੋ ਜਾਂਦਾ। ਪਵਨ ਆਰੰਭ ਸਤਿਗੁਰ ਮੱਤ ਵੇਲਾ। ਜਿਉਂ ਹੀ ਪਾਉਣ ਆਰੰਭ ਹੋਈ, ਸਾਡਾ ਮਨ ਆ ਕੇ ਪਾਉਣ 'ਚ ਸਮਾਇਆ ਅਤੇ ਸਤਿਗੁਰ ਦੀ ਮੱਤ ਲੈਣ ਦਾ ਵੇਲਾ ਹੋ ਗਿਆ। ਸਤਿਗੁਰ ਦੀ ਮੱਤ ਲੈਣ ਵਾਸਤੇ ਸਾਨੂੰ ਸਿਮਰਨ ਕਰਨਾ ਪੈਂਦਾ। ਆਈਓ ਫਿਰ ਸਾਨੂੰ ਕਹਿੰਦੇ ਵੀ ਜਿਹੜਾ ਇੱਕ ਗੁਰਸਿੱਖ ਹੈ ਉਹਨੇ ਸਭ ਤੋਂ ਪਹਿਲਾਂ ਸਿਮਰਨ ਕਰਨਾ। ਗੁਰ ਸਤਿਗੁਰ ਕਾ ਜੋ ਸਿੱਖ ਖਾਈ, ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਜਦੋਂ ਅਸੀਂ ਸਿਮਰਨ ਕਰਾਂਗੇ ਅਤੇ ਫਿਰ ਹੀ ਸਾਨੂੰ ਸਤਿਗੁਰ ਦੀ ਮੱਤ ਆਉਣੀ। ਫਿਰ ਹੀ ਸਾਨੂੰ ਜੋ ਗੁਰਬਾਣੀ ਗੁਰੂ ਸਾਨੂੰ ਉਪਦੇਸ਼ ਦੇ ਰਹੇ, ਜੋ ਸਾਨੂੰ ਸਮਝਾਉਣਾ ਚਾਹੁੰਦੇ, ਫਿਰ ਸਾਨੂੰ ਸਮਝ ਲੱਗੇਗੀ।
ਪਹਿਲਾਂ ਅਸੀਂ ਸਿਮਰਨ ਕਰਕੇ ਮਨ ਨੂੰ ਜਗਾਉਣਾ ਹੈ। ਜਦੋਂ ਇਹ ਜਾਗੇਗਾ ਫਿਰ ਇਹ ਗੁਰਬਾਣੀ ਗੁਰੂ ਦਾ ਕਹਿਣਾ ਮੰਨੇਗਾ, ਫਿਰ ਇਹ ਆਖੇ ਲੱਗੇਗਾ। ਜ਼ਿਆਦਾ ਕਿ ਸੁੱਤਾ ਹੋਇਆ, ਸੁੱਤੇ ਹੋਏ ਨੂੰ ਇਹਨੂੰ ਸਮਝ ਹੀ ਨਹੀਂ ਲੱਗਦੀ ਵੀ ਕੀ ਕਹਿੰਦੇ ਨੇ, ਮੰਨਣਾ ਤਾਂ ਬਾਅਦ ਦੀ ਗੱਲ। ਜਿਵੇਂ ਹੁਣ ਇੱਕ ਬੱਚਾ ਹੈ, ਉਹ ਸੁੱਤਾ ਪਿਆ, ਸੁੱਤੇ ਨੂੰ ਮਾਂ ਪਿਓ ਜੋ ਮਰਜ਼ੀ ਆਖੀ ਚੱਲਣ, ਉਹ ਮੰਨੇਗਾ ਨਹੀਂ। ਅੱਗੇ ਉਹ ਸੁੱਤਾ ਹੋਇਆ ਮੰਨੇਗਾ ਉਦੋਂ ਜਦੋਂ ਉਹ ਸੁੱਤਾ ਹੋਇਆ ਜਾਗੇਗਾ। ਜਦੋਂ ਜਾਗੇਗਾ ਫਿਰ ਜੋ ਮਾਂ ਪਿਓ ਕਹਿਣਗੇ, ਫਿਰ ਉਹ ਮਾਤਾ ਪਿਤਾ ਦੇ ਆਖੇ ਲੱਗੇਗਾ ਅਤੇ ਫਿਰ ਉਹਨਾਂ ਦਾ ਹੁਕਮ ਮੰਨੇਗਾ, ਉਹਨਾਂ ਦੇ ਦੱਸੇ ਮੁਤਾਬਕ ਕਰੇਗਾ। ਫਿਰ ਉਹ ਕਹਿਣਗੇ ਇਸ਼ਨਾਨ ਕਰ ਲੈ, ਫਿਰ ਉਹ ਇਸ਼ਨਾਨ ਕਰ ਲਏਗਾ। ਕਹਿਣਗੇ ਹੁਣ ਕੱਪੜੇ ਪਾ ਲਾ, ਕੱਪੜੇ ਪਾ ਲਏ। ਫਿਰ ਕਹਿਣਗੇ ਭੋਜਨ ਛਕ ਲਓ, ਭੋਜਨ ਛਕ ਲਏ। ਫਿਰ ਕਹਿਣਗੇ ਹੁਣ ਸਕੂਲ ਚਲਾ ਜਾਓ, ਸਕੂਲ ਚਲਾ ਜਾਏ। ਮਤਲਬ ਜਦੋਂ ਜਾਗੇਗਾ ਫਿਰ ਹੀ ਮਾਂ ਪਿਓ ਦੇ ਆਖੇ ਲੱਗੇਗਾ। ਜਦ ਤੱਕ ਉਹ ਸੁੱਤਾ ਪਿਆ, ਸੁੱਤੇ ਪਏ ਨੂੰ ਤਾਂ ਪਹਿਲਾਂ ਪਤਾ ਹੀ ਨਹੀਂ ਵੀ ਮਾਂ ਪਿਓ ਕਹਿੰਦੇ ਕੀ ਨੇ। ਪਹਿਲਾਂ ਅਸੀਂ ਬੱਚੇ ਨੂੰ ਜਗਾਵਾਂਗੇ, ਜਦੋਂ ਜਾਗੇਗਾ ਫਿਰ ਉਹ ਮਾਂ ਪਿਓ ਦੇ ਆਖੇ ਲੱਗੇਗਾ। ਔਰ ਇਸੇ ਤਰ੍ਹਾਂ ਹੀ ਸਾਡਾ ਮਨ ਹੈ। ਜਦ ਤੱਕ ਮਨ ਜਾਗਦਾ ਨਹੀਂ, ਉਹਨਾਂ ਸਮਾਂ ਇਹ ਗੁਰਬਾਣੀ ਗੁਰੂ ਨੂੰ ਮੰਨਦਾ ਨਹੀਂ। ਅਤੇ ਮਨ ਨੂੰ ਜਗਾਉਣ ਵਾਸਤੇ ਫਿਰ ਇਹ ਆਪਾਂ ਸਿਮਰਨ ਕਰਦੇ ਹਾਂ। ਜਿਵੇਂ ਬੱਚਾ ਛੋਟਾ ਸੁੱਤਾ ਹੁੰਦਾ ਹੈ, ਉਹਨੂੰ ਆਪਾਂ ਆਵਾਜ਼ ਦਿੰਦੇ ਹਾਂ। ਉਹਨੂੰ ਜਦੋਂ ਪਹਿਲਾਂ ਆਪਾਂ ਹੌਲੀ ਆਵਾਜ਼ ਦਈਏ, ਉਹ ਨਹੀਂ ਉੱਠਦਾ ਕਿਉਂਕਿ ਗੂੜ੍ਹੀ ਨੀਂਦ ਸੁੱਤਾ। ਫਿਰ ਉਹਨੂੰ ਆਪਾਂ ਥੋੜ੍ਹੀ ਜਿਹੀ ਉੱਚੀ ਆਵਾਜ਼ ਦਿੰਦੇ ਹਾਂ ਵੀ ਉੱਠ, ਉਹ ਫਿਰ ਵੀ ਨਹੀਂ ਉੱਠਦਾ। ਫਿਰ ਆਪਾਂ ਉਹਨੂੰ ਹਿਲਾਉਂਦੇ ਹਾਂ ਚੰਗੀ ਤਰ੍ਹਾਂ ਵੀ ਉੱਠ। ਫਿਰ ਜਦੋਂ ਉਹਨੂੰ ਹਿਲਾਉਂਦੇ ਚਲਾਉਂਦੇ ਹਾਂ, ਉਹਨੂੰ ਉੱਚੀ ਆਵਾਜ਼ ਦਿੰਦੇ ਹਾਂ ਅਤੇ ਫਿਰ ਉਹ ਹੌਲੀ ਹੌਲੀ ਉੱਠਦਾ। ਇਸੇ ਤਰ੍ਹਾਂ ਹੀ ਹੁਣ ਇਹ ਜਿਹੜਾ ਆਪਾਂ ਸਿਮਰਨ ਕਰਦੇ ਹਾਂ, ਇਸੇ ਵਾਸਤੇ ਕਰਦੇ ਹਾਂ ਵੀ ਮਨ ਨੂੰ ਜਗਾਉਣ ਵਾਸਤੇ, ਵੀ ਇਹ ਮਨ ਆਵਾਜ਼ ਨੂੰ ਸੁਣੇ, ਇਹ ਸੁਣ ਕੇ ਜਾਗੀ। ਜਿਵੇਂ ਕਈ ਜੀਵ ਕਹਿ ਦਿੰਦੇ ਵੀ ਰੱਬ ਕਿਹੜਾ ਬੋਲਾ ਇਹ 'ਚ, ਇਹ ਉੱਚੀ ਉੱਚੀ ਸਿਮਰਨ ਕਰਕੇ ਕਿਹਨੂੰ ਦਿਖਾਉਣਾ, ਜੇ ਕਰਨਾ ਹੀ ਹੈ ਤਾਂ ਚੁੱਪ ਕਰਕੇ ਕਰ ਲਓ। ਬੋਲ ਬੋਲ ਕੇ ਕਿਹਨੂੰ ਸੁਣਾਉਂਦੇ ਨੇ, ਕਿਹਨੂੰ ਲੋਕਾਂ ਨੂੰ ਦਿਖਾਉਂਦੇ ਵੀ ਅਸੀਂ ਬਹੁਤ ਵਾਹਿਗੁਰੂ ਕਰਦੇ ਹਾਂ। ਉਹਨਾਂ ਜੀਵਾਂ ਨੂੰ ਇਹ ਸਮਝ ਨਹੀਂ ਹੈ ਵੀ ਇਹ ਜਿਹੜਾ ਅਸੀਂ ਬੋਲ ਕੇ ਕਰਦੇ ਹਾਂ, ਇਹ ਅਸੀਂ ਲੋਕਾਂ ਨੂੰ ਦਿਖਾਉਣ ਵਾਸਤੇ ਨਹੀਂ ਕਰਦੇ। ਜਿਹੜਾ ਇਹ ਬੋਲ ਕੇ ਸਿਮਰਨ ਕਰਨਾ, ਨਾ ਹੀ ਇਹ ਆਪਾਂ ਰੱਬ ਨੂੰ ਸੁਣਾਉਣ ਵਾਸਤੇ ਕਰ ਰਹੇ ਹਾਂ, ਕਿਉਂਕਿ ਰੱਬ ਤਾਂ ਅੰਤਰਜਾਮੀ, ਉਹ ਤਾਂ ਜਾਣਦਾ ਹੀ ਹੈ ਸਾਰਾ ਕੁਛ। ਇਹਦਾ ਸਾਡਾ ਮਨ ਸੁੱਤਾ ਪਿਆ, ਗੂੜ੍ਹੀ ਨੀਂਦ, ਇਹ ਸੁੱਤੇ ਹੋਏ ਮਨ ਨੂੰ ਜਗਾਉਣ ਵਾਸਤੇ ਉੱਚੀ ਬੋਲਦੇ ਹਾਂ ਵੀ ਤਾਂ ਕਿ ਇਹਦੇ ਤੱਕ ਆਵਾਜ਼ ਪਹੁੰਚੇ। ਇਹ ਸੁੱਤਾ ਹੋਇਆ ਜਾਗੇ ਅਤੇ ਫਿਰ ਜਦੋਂ ਇਹ ਜਾਗੇਗਾ ਫਿਰ ਇਹ ਗੁਰਬਾਣੀ ਗੁਰੂ ਦਾ ਆਖਿਆ ਮੰਨੇਗਾ। ਜਦੋਂ ਮਨ ਜਾਗੇਗਾ ਫਿਰ ਇਹਨੂੰ ਕਹਿਣਗੇ ਵੀ ਹੁਣ ਇਸ਼ਨਾਨ ਕਰ। ਕਿੱਥੇ ਇਸ਼ਨਾਨ ਕਰਨਾ? ਅੰਮ੍ਰਿਤਸਰ ਦੇ ਵਿੱਚ। ਜੋ ਮਾਰੇ ਹੀ ਫਰਮਾਉਂਦੇ, ਗੁਰ ਸਤਿਗੁਰ ਕਾ ਜੋ ਸਿੱਖ ਖਾਈ, ਸੋ ਭਲ ਕੇ ਉੱਠ ਹਰ ਨਾਮ ਤੇ ਆਵੇ, ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਈ। ਜਦੋਂ ਇਹ ਜਾਗੇਗਾ ਇਹਨੂੰ ਆਖਾਂਗੇ ਬਈ ਅੰਮ੍ਰਿਤਸਰ 'ਚ ਇਸ਼ਨਾਨ ਕਰ ਲਏ ਅਤੇ ਇਸ਼ਨਾਨ ਕਰ ਲਏ। ਜਦੋਂ ਇਹ ਇਸ਼ਨਾਨ ਕਰ ਲਏਗਾ ਫਿਰ ਇਹਨੂੰ ਆਖਣਗੇ ਵੀ ਹੁਣ ਕੱਪੜਾ ਪਹਿਨ, ਸਿਵ ਸਲਾਹ। ਫਿਰ ਇਹਨੇ ਮਾਲਕ ਦੀ ਸਿਵ ਸਲਾਹ ਕਰਨੀ, ਵਡਿਆਈ ਕਰਨੀ, ਅਤੇ ਜਿਹੜਾ ਕੱਪੜਾ ਗੁਰਮੁਖਾਂ ਨੇ ਪਾਉਣਾ ਉਹਨਾਂ ਦਾ ਪਹਿਨਣਾ ਵੀ ਨਾਮ ਹੈ। ਮਾਰੇ ਕਹਿੰਦੇ ਹਰ ਨਾਮ ਹਮਾਰਾ ਪਹਿਨਣ, ਜਿਤ ਫਿਰ ਨੰਗੇ ਨਾ ਹੋ ਬਈ ਹੋਰ ਪਹਿਨਣ ਕੀ ਹਮਰੀ ਸਰਦ ਗਈ। ਫਿਰ ਇਹਨੇ ਕੱਪੜਾ ਪਾ ਲੈਣਾ। ਫਿਰ ਇਹਨੂੰ ਕਹਿਣਗੇ ਵੀ ਹੁਣ ਵਣਜ ਕਰ ਲਾ, ਵਪਾਰ ਕਰ ਲਾ। ਫਿਰ ਇਹ ਵਣਜ ਕਰੇਗਾ, ਫਿਰ ਇਹ ਵਪਾਰ ਕਰੇਗਾ। ਫਿਰ ਇਹਨੂੰ ਕਹਿਣਗੇ ਵੀ ਕਿਰਤ ਕਰ ਲਾ, ਕੰਮ ਕਰ ਲਾ। ਫਿਰ ਇਹ ਕਰਮ ਕਰੇਗਾ। ਮਨ ਆਪਦਾ ਜਿਹੜਾ ਨਿੱਜੀ ਕੰਮ ਫਿਰ ਹੀ ਕਰੇਗਾ। ਜਾਣੀ ਵੀ ਫਿਰ ਇਹ ਗੁਰਬਾਣੀ ਗੁਰੂ ਨੂੰ ਮੰਨਦਾ ਜਦੋਂ ਇਹ ਜਾਗਦਾ। ਜਦ ਤੱਕ ਸੁੱਤਾ ਪਿਆ
ਉਹਨਾਂ ਸਮਾਂ ਗੁਰਬਾਣੀ ਗੁਰੂ ਨੂੰ ਮੰਨਦਾ ਕੋਈ ਨਹੀਂ। ਆਈਆਂ ਮਾਰੇ ਫਿਰ ਸਾਨੂੰ ਕਹਿੰਦੇ ਵੀ ਤੁਸੀਂ ਸੁੱਤੇ ਨਾ ਰਹੋ, ਤੁਸੀਂ ਜਾਗੋ, ਤੁਸੀਂ ਭਰਮ 'ਚ ਨਾ ਰਹੋ। ਮਹਾਰਾਜ ਇਸ ਲਈ ਮਨ ਨੂੰ ਫਰਮਾਉਂਦੇ, ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ। ਬਈ ਕਿਉਂ ਗਾਫਲ ਹੋ ਕੇ ਸੁੱਤਾ ਪਿਆ? ਜਾਗ। ਮਾਲਕ ਸਾਡੇ ਅੰਦਰ ਬੋਲ ਰਿਹਾ, ਉਹ ਸਾਨੂੰ ਆਵਾਜ਼ਾਂ ਦੇ ਰਹੇ ਹੈ। ਹੁਣ ਮਨ ਸੁੱਤਾ ਪਿਆ, ਸੁਣਦਾ ਹੀ ਨਹੀਂ ਮਾਲਕ ਦੀ ਆਵਾਜ਼। ਆਈਆਂ ਮਾਰੇ ਸੱਚੇ ਪਾਤਸ਼ਾਹ ਫਰਮਾਉਂਦੇ, ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ, ਜਨ ਸੁਣ ਮਨ ਅੜੀ ਅਕਥ ਕਹਾਣੀ ਰਾਮ। ਬਈ ਜਿਨ੍ਹਾਂ ਨੇ ਸੁਣ ਕੇ ਮੰਨਿਆ ਤੇ ਉਹ ਜਾਗੇ, ਤੇ ਉਹਨਾਂ ਨੇ ਫਿਰ ਜਾ ਕੇ ਹੀ ਸਤਿਗੁਰ ਦੀ ਸੇਵਾ ਕੀਤੀ। ਜਿਵੇਂ ਹੁਣ ਮਨ ਜਦੋਂ ਜਾਗੇਗਾ ਫਿਰ ਹੀ ਇਹਨੂੰ ਆਖਣਗੇ ਵੀ ਹੁਣ ਸੇਵਾ ਕਰ ਲ, ਫਿਰ ਸਤਿਗੁਰ ਦੀ ਸੇਵਾ 'ਤੇ ਲੱਗ ਜਾਂਦੇ। ਫਿਰ ਇਹਨੂੰ ਕਹਿਣਗੇ ਗੁਰੂ ਦੀ ਸੇਵਾ ਕਰ ਲੈ, ਇਹ ਗੁਰੂ ਦੀ ਸੇਵਾ ਕਰ ਲੈ। ਇਹਨੂੰ ਕਹਿਣਗੇ ਪੂਜਾ ਕਰ ਲੈ, ਇਹ ਅੰਤਰਗਤ ਪੂਜਾ ਕਰ ਲੇਗਾ। ਸਾਡੇ ਅੰਦਰ ਹੀ ਪੂਜਾ ਦਾ ਸਥਾਨ ਬਣਾਇਆ, ਅੰਤਰ ਪੂਜਾ ਥਾਨ ਮਰਾਰਾ, ਜੋਤੀ ਜੋਤ ਮਿਲਾਵਣ ਹਾਰ। ਜਾਣੀ ਦੀ ਇਹ ਸਾਰਾ ਕੁਛ ਮਨ ਫੇਰ ਕਰੇਗਾ ਜੇ ਜਾਗੇਗਾ ਤਾਂ। ਜਦ ਤੱਕ ਇਹ ਸੁੱਤਾ ਪਿਆ, ਸੁੱਤੇ ਨੂੰ ਪਤਾ ਹੀ ਨਹੀਂ ਵੀ ਪੂਜਾ ਕਿੱਥੇ ਕਰਨੀ, ਸੁੱਤੇ ਨੂੰ ਪਤਾ ਹੀ ਨਹੀਂ ਵੀ ਸੇਵਾ ਕਿਵੇਂ ਕਰਨੀ। ਆਈਆਂ ਮਾਰੇ ਸਾਨੂੰ ਸਮਝਾਉਂਦੇ ਵੀ ਜੇ ਤੁਸੀਂ ਸੇਵਾ ਕਰਨੀ ਹੈ ਤਾਂ ਪਰਮਾਤਮਾ ਦੀ ਕਰਿਓ, ਹਰੀ ਦੀ ਸੇਵਾ ਕਰੋ, ਵਾਹਿਗੁਰੂ ਦੀ ਸੇਵਾ ਕਰੋ। ਵਾਹਿਗੁਰੂ ਦੀ ਸੇਵਾ ਕਰਨ ਦੇ ਨਾਲ ਸਾਡੀ ਜੋ ਇੱਛਾ ਹੁੰਦੀ, ਸਾਨੂੰ ਇੱਛਾ ਮੁਤਾਬਕ ਉਹ ਫਲ ਦੀ ਪ੍ਰਾਪਤੀ ਹੋ ਜਾਂਦੀ। ਮਹਾਰਾਜ ਤਾਈਓ ਸਾਨੂੰ ਫਰਮਾਉਂਦੇ, ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਈ ਜੀਓ। ਹਰ ਕੀ ਸੇਵਾ ਤੇ ਮਨ ਚਿੰਦਿਆ ਫਲ ਪਾਈਏ, ਦੂਜੀ ਸੇਵਾ ਜਨਮ ਵਿਰਥਾ ਜਾਈ ਜੀ। ਬਈ ਪਰਮਾਤਮਾ ਦੀ ਸੇਵਾ ਕਰੀਏ ਤੇ ਉਹਦੀ ਸੇਵਾ ਕੀਤੀ ਹੋਈ ਸਫਲ ਹੈ, ਸਤਿਗੁਰ ਦੀ ਕੀਤੀ ਹੋਈ ਸੇਵਾ ਸਫਲ। ਔਰ ਸਤਿਗੁਰ ਦੀ ਸੇਵਾ ਅਸੀਂ ਤਾਂਹੀਓ ਕਰ ਸਕਦੇ ਜੇ ਅਸੀਂ ਜਾਗਾਂਗੇ। ਜਿਵੇਂ ਹੁਣ ਗੁਰਬਾਣੀ ਗੁਰੂ ਨੂੰ ਸਤਿਗੁਰ ਦਾ ਖਿਤਾਬ ਹੈ। ਸਤਿਗੁਰ ਦੀ ਸੇਵਾ ਜੇ ਹੁਣ ਅਸੀਂ ਕਰਨੀ ਹੋਵੇ ਤੇ ਸਾਨੂੰ ਜਾਗਣਾ ਪਏਗਾ। ਜਾਗਾਂਗੇ ਤਨ ਕਰਕੇ, ਇਸ਼ਨਾਨ ਕਰਾਂਗੇ, ਸੋਹਣੇ ਕੱਪੜੇ ਵਸਤਰ ਸਾਫ਼ ਪਾਵਾਂਗੇ ਤੇ ਫਿਰ ਸਤਿਗੁਰ ਦੀ ਸੇਵਾ 'ਚ ਹਾਜ਼ਰ ਹੋ ਜਾਵਾਂਗੇ। ਜਿਵੇਂ ਸਵੇਰ ਨੂੰ ਅੰਮ੍ਰਿਤ ਵੇਲੇ ਗੁਰਮੁਖ ਉੱਠਦੇ, ਇਸ਼ਨਾਨ ਪਾਣੀ ਕਰਦੇ ਤੇ ਫਿਰ ਸਤਿਗੁਰਾਂ ਦੀ ਸੇਵਾ 'ਚ ਹਾਜ਼ਰ ਹੋ ਜਾਂਦੇ ਆਖੇ। ਔਰ ਇਸੇ ਤਰ੍ਹਾਂ ਹੀ ਅਸੀਂ ਅੰਤਰਮੁਖੀ, ਅਸੀਂ ਅੰਦਰ ਜਾਣਾ ਗੁਰਦੁਆਰੇ ਦੇ ਵਿੱਚ, ਉਸੇ ਅੰਤਰਮੁਖੀ ਹੋ ਕੇ ਅੰਦਰਲੇ ਗੁਰਦੁਆਰੇ 'ਚ ਜਾ ਕੇ ਸਾਡੇ ਮਨ ਨੇ ਸੇਵਾ ਕਰ। ਹੁਣ ਸੇਵਾ ਇਹ ਤਾਂ ਹੀ ਕਰ ਸਕਦਾ ਜੇ ਜਾਗੀਗਤ। ਜਿਵੇਂ ਹੁਣ ਗੁਰਮੁਖ ਜੇ ਸਵੇਰੇ ਜਾਗਣ ਨਾ, ਸੁੱਤੇ ਹੀ ਰਹਿਣ, ਤੇ ਉਹ ਸੇਵਾ ਕਿਵੇਂ ਕਰਨਗੇ ਆਖੀ? ਸੇਵਾ ਤਾਂ ਹੀ ਕਰਨਗੇ ਜੇ ਉਹ ਉੱਠਣਗੇ। ਔਰ ਇਸੇ ਤਰ੍ਹਾਂ ਹੀ ਸਾਡਾ ਮਨ ਜੇ ਸੁੱਤਾ ਪਿਆ ਹੈ, ਇਹ ਸੇਵਾ ਨਹੀਂ ਕਰ ਸਕਦਾ ਸੁੱਤਾ ਹੋਇਆ। ਇਹ ਜਾਗੇਗਾ ਤੇ ਜਾ ਕੇ ਫਿਰ ਇਹ ਸੇਵਾ ਦੇ ਵਿੱਚ ਹਾਜ਼ਰ ਹੋਏਗਾ, ਫਿਰ ਇਹ ਸੇਵਾ ਕਰੇਗਾ। ਹੁਣ ਇਸ ਵਾਸਤੇ ਅਸੀਂ ਕਿਵੇਂ ਜਾਗਣਾ, ਕਿਵੇਂ ਅਸੀਂ ਸੇਵਾ ਵਿੱਚ ਹਾਜ਼ਰ ਹੋਣਾ, ਉਹ ਸੇਵਾ ਦਾ ਭੇਤ ਸਾਨੂੰ ਸਤ ਸੰਗਤ ਤੋਂ ਬਿਨਾਂ ਨਹੀਂ ਆ ਸਕਦਾ, ਸਾਨੂੰ ਗੁਰੂ ਦੀ ਮੱਤ ਤੋਂ ਬਿਨਾਂ ਨਹੀਂ ਆ ਸਕਦਾ। ਜਦ ਤੱਕ ਅਸੀਂ ਗੁਰੂ ਦੀ ਸ਼ਰਨ 'ਚ ਨਹੀਂ ਆਉਂਦੇ, ਸਾਨੂੰ ਪਤਾ ਹੀ ਨਹੀਂ ਵੀ ਸੇਵਾ ਕਰਨੀ ਕਿਵੇਂ। ਹੁਣ ਤਾਈਓ ਫਿਰ ਆਪਾਂ ਨੂੰ ਸਮਝਾਉਂਦੇ ਵੀ ਸਤਿਗੁਰ ਦੀ ਜਿਹੜੀ ਸੇਵਾ ਉਹ ਗਾਖੜੀ, ਵੀ ਉਹਦੇ ਵਿੱਚ ਆਪਣਾ ਆਪਾ ਗਵਾਉਣਾ ਪੈਂਦਾ, ਆਪਣਾ ਆਪਾ ਵਾਰਨਾ ਪੈਂਦਾ, ਆਪਣਾ ਆਪਾ ਕੁਰਬਾਨ ਕਰਨਾ ਪੈਂਦਾ। ਫਿਰ ਅਸੀਂ ਜਦੋਂ ਆਪਣਾ ਆਪਾ ਵਾਰ ਦਾਂਗੇ ਤੇ ਫਿਰ ਸਾਡੀ ਕੀਤੀ ਹੋਈ ਸੇਵਾ ਜਿਹੜੀ ਉਹ ਸਫਲ ਹੋ ਜਾਂਦੀ, ਉਹ ਪ੍ਰਵਾਨ ਹੋ ਜਾਂਦੀ।
ਆਈਆਂ ਮਹਾਰਾਜ ਫਿਰ ਸਾਨੂੰ ਕਹਿੰਦੇ ਵੀ ਜਦੋਂ ਅਸੀਂ ਸੇਵਾ 'ਤੇ ਲੱਗ ਗਏ, ਸਾਨੂੰ ਸੇਵਾ ਕਰਨ ਦੀ ਜੁਗਤੀ ਆ ਗਈ, ਤਰੀਕਾ ਆ ਗਿਆ, ਫਿਰ ਸਾਨੂੰ ਉਹੀਓ ਸੇਵਾ ਸੌਖੀ ਲੱਗਦੀ। ਜਿਵੇਂ ਜੇ ਤਾਂ ਪਿਆਰ ਹੈ, ਪਿਆਰ ਦੇ ਵਿੱਚ ਤਾਂ ਸੇਵਾ ਕੀਤੀ ਹੋਈ ਸੌਖੀ ਹੈ, ਵੀ ਅਸੀਂ ਰਹਿ ਹੀ ਨਹੀਂ ਸਕਦੇ ਸੇਵਾ ਤੋਂ ਬਿਨਾਂ, ਕਿਉਂਕਿ ਸਾਡਾ ਸੁਭਾਅ ਹੈ ਵੀ ਸੇਵਾ ਵਾਲਾ ਸੁਭਾਅ ਬਣ ਗਿਆ। ਇੱਕ ਹੁੰਦੀ ਬੱਧਾ ਚੱਠੀ, ਵੀ ਕਰਨਾ ਹੀ ਪੈਣਾ ਜੀ, ਮਨ ਨਹੀਂ ਕਰਦਾ ਪਰ ਫਿਰ ਵੀ ਕਰਨਾ ਪੈਣਾ, ਕਿਉਂਕਿ ਬੱਧਾ ਚੱਠੀ। ਜੇ ਅਸੀਂ ਬੱਧਾ ਚੱਟੀ ਕਰਦੇ ਹਾਂ ਫਿਰ ਨਾ ਗੁਣ ਨਾ ਕੋਈ ਉਪਕਾਰ। ਬੱਧਾ ਚੱਟੀ ਜੋ ਕਰੇ ਨਾ ਗੁਣ ਨਾ ਉਪਕਾਰ। ਹੁਣ ਜੇ ਤਾਂ ਸਾਡਾ ਪਿਆਰ ਹੈ ਸਤਿਗੁਰ ਨਾਲ, ਮਾਲਕ ਦੇ ਨਾਲ, ਫਿਰ ਉਹਦੇ ਪਿਆਰ ਦੇ ਵਿੱਚ ਕੀਤੀ ਹੋਈ ਸੇਵਾ ਉਹ ਸੌਖੀ ਹੈ। ਜਿਹਨੂੰ ਮਾਰੇ ਗਏ ਸਤਿਗੁਰ ਕੀ ਸੇਵਾ ਅਤ ਸਖਾਲੀ, ਜੋ ਇੱਛਾ ਸੋਈ ਫਲ ਪਾਏ। ਵੀ ਜੇ ਤਾਂ ਸਾਡਾ ਪਿਆਰ ਨਹੀਂ, ਪਹਿਲਾਂ ਤਾਂ ਸਾਨੂੰ ਲੱਗਦਾ ਔਖਾ। ਜਿਵੇਂ ਹੁਣ ਸਿਮਰਨ ਕਰਨਾ ਪਹਿਲਾਂ ਜੀਵ ਨੂੰ ਔਖਾ ਲੱਗਦਾ, ਸੰਗਤ ਕਰਨੀ ਔਖੀ ਲੱਗਦੀ। ਜਦੋਂ ਸਾਡਾ ਪਿਆਰ ਪੈ ਜਾਂਦਾ, ਇਹ ਸਾਡਾ ਸੁਭਾਅ ਬਣ ਜਾਂਦਾ ਵੀ ਸਿਮਰਨ ਤੋਂ ਬਿਨਾਂ ਅਸੀਂ ਰਹਿ ਹੀ ਨਹੀਂ ਸਕਦੇ, ਸੰਗਤ ਤੋਂ ਬਿਨਾਂ ਅਸੀਂ ਰਹਿ ਹੀ ਨਹੀਂ ਸਕਦੇ, ਕਿਉਂਕਿ ਪਿਆਰ ਹੈ। ਪਿਆਰ ਦੇ ਵਿੱਚ ਜੀਵ ਖਿੱਚਿਆ ਚੱਲਿਆ ਹੁੰਦਾ। ਜੇ ਪਿਆਰ ਨਹੀਂ ਫਿਰ ਬੱਧਾ ਚੱਠੀ, ਬੱਧਾ ਚੱਟੀ ਦੇ ਵਿੱਚ ਜੀਵ ਖਿੱਚਿਆ ਨਹੀਂ ਆਉਂਦਾ, ਉਦੋਂ ਫਿਰ ਔਖਾ ਲੱਗਦਾ, ਉਦੋਂ ਫਿਰ ਆਲਸ ਹੁੰਦੀ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਪ੍ਰੇਮਾ ਭਗਤੀ, ਵੀ ਸਾਡਾ ਮਾਲਕ ਦੇ ਨਾਲ ਪਿਆਰ ਪੈ ਜੇ, ਉਹਦੇ ਪਿਆਰ ਦੇ ਵਿੱਚ ਫਿਰ ਸਾਰਾ ਕੁਛ ਵਾਰਿਆ ਜਾ ਸਕਦਾ। ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਵੀ ਤੇਰੇ ਇੱਕ ਨਿਮਖ ਪਿਆਰ ਦੇ ਬਦਲੇ, ਬਈ ਅਸੀਂ ਆਪਦੇ ਜਪ ਤਪ ਸਾਰਾ ਕੁਛ ਅਸੀਂ ਵਾਰ ਦਈਏ, ਸਾਰਾ ਕੁਛ ਅਸੀਂ ਸਮਰਪਣ ਕਰ ਦਈਏ। ਵੀ ਜੇ ਇੱਕ ਸਿਰਫ ਦ੍ਰਿਸ਼ਟੀ ਤੇਰੀ, ਇੱਕ ਨਿਮਖੀ ਸਾਨੂੰ ਪਿਆਰ ਦੀ ਦ੍ਰਿਸ਼ਟੀ ਤੇਰੀ ਸਾਡੇ ਉੱਤੇ ਪੈ ਜੇ। ਮਹਾਰਾਜ ਕਹਿੰਦੇ ਜਪ ਤਪ ਸੰਜਮ ਹਰਖ ਸੋਗ, ਮਾਣ ਮਹਿਤ ਔਰ ਗਰਭ, ਮੂਸਨ ਨਿਮਖ ਪ੍ਰੇਮ ਪਰ ਬਾਰ ਬਾਰ ਦਿਉ ਸਰਬ। ਬਈ ਤੇਰੇ ਪਿਆਰ ਦੇ ਵਿੱਚ ਸਾਰਾ ਕੁਛ ਵਾਰਿਆ ਜਾ ਸਕਦਾ, ਜਪ ਤਪ ਸੁਚ ਸੰਜਮ ਸਾਰਾ ਕੁਛ ਹੀ ਮਾਲਕ ਦੇ ਪਿਆਰ ਦੇ ਬਦਲੇ। ਔਰ ਇਸ ਕਰਕੇ ਫਿਰ ਬੇਨਤੀਆਂ ਕੀਤੀਆਂ ਗੁਰਮੁਖਾਂ ਨੇ ਵੀ ਤੇਰੇ ਨਾਲ ਸਾਡੀ ਪ੍ਰੀਤ ਪੈ ਜੇ, ਤੇਰੇ ਨਾਲ ਸਾਡਾ ਪਿਆਰ ਪੈ ਜੇ। ਜੇ ਮਾਲਕ ਦੇ ਨਾਲ ਸਾਡੀ ਪ੍ਰੀਤ ਪੈ ਜਾਂਦੀ ਫਿਰ ਉਹ ਕਿਸੇ ਦੇ ਤੋੜਿਆਂ ਤੋਂ ਟੁੱਟਦੀ ਨਹੀਂ, ਫਿਰ ਉਹ ਛੱਡਿਆਂ ਤੋਂ ਛੱਡੀ ਨਹੀਂ ਜਾਂਦੀ। ਜਿਵੇਂ ਪਿਆਰ ਤਾਂ ਸੰਸਾਰ ਦਾ ਹੀ, ਇੱਕ ਦੂਸਰੇ ਨਾਲ ਆਪਣਾ ਪੈ ਜਾਵੇ ਉਹ ਛੱਡਣਾ ਔਖਾ ਹੋ ਜਾਂਦਾ। ਤੇ ਜਿਹੜੀ ਮਾਲਕ ਦੇ ਨਾਲ ਪ੍ਰੀਤ ਪੈ ਗਈ ਸਾਡੀ, ਪਰਮਾਤਮਾ ਦੇ ਨਾਲ ਪਿਆਰ ਪੈ ਗਿਆ, ਉਹ ਤਾਂ ਛੱਡਿਆ ਜਾਂਦਾ ਹੀ। ਜੇ ਅਸੀਂ ਛੱਡਣਾ ਵੀ ਚਾਹੀਏ ਤਾਂ ਸਾਨੂੰ ਮਾਲਕ ਨਹੀਂ ਛੱਡਦਾ, ਕਿਉਂਕਿ ਉਹਦਾ ਪਿਆਰ ਹੈ। ਮਹਾਰਾਜ ਕਹਿੰਦੇ ਮੂਲਾ ਲਨ ਸਿਉ ਪ੍ਰੀਤ ਬਣੀ, ਤੋੜੀ ਨਾ ਤੂੜੇ, ਤੋੜੀ ਨਾ ਟੂਟੇ, ਛੋੜੀ ਨਾ ਛੂਟੇ, ਐਸੀ ਮਾਧੋ ਖਿੰਚਤਨ। ਵੀ ਐਸੇ ਹੀ ਮਾਲਕ ਦੇ ਪਿਆਰ ਦੀ ਖਿੱਚ ਜਿਹੜੀ ਕਿਸੇ ਦੇ ਤੋੜਿਆਂ ਤੋਂ ਟੁੱਟਦੀ ਨਹੀਂ, ਛੱਡਿਆਂ ਤੋਂ ਛੱਡੀ ਨਹੀਂ ਜਾਂਦੀ। ਜਿਵੇਂ ਇੱਕ ਅਮਲੀ ਹੁੰਦਾ, ਉਹਨੂੰ ਅਮਲ ਲੱਗ ਜਾਂਦਾ, ਉਹ ਅਮਲੀ ਨੂੰ ਅਮਲ ਛੱਡਣਾ ਬੜਾ ਔਖਾ ਲੱਗਦਾ। ਜਿਹੜਾ ਪੱਕਾ ਅਮਲੀ ਬਣ ਗਿਆ ਉਹ ਕਹਿੰਦਾ ਵੀ ਹੁਣ ਅਮਲ ਜਿਹੜਾ ਛੱਡਿਆ ਨਹੀਂ ਜਾਂਦਾ। ਔਰ ਇਸੇ ਤਰ੍ਹਾਂ ਹੀ ਗੁਰਮੁਖਾਂ ਨੂੰ ਸੱਚੇ ਅਮਲੀ ਆਖੇ, ਜਿਨ੍ਹਾਂ ਨੂੰ ਮਾਲਕ ਦਾ ਪਿਆਰ ਲੱਗ ਗਿਆ, ਜਿਨ੍ਹਾਂ ਦੀ ਨਾਮ ਦੇ ਨਾਲ ਲੈਵਲ ਲੱਗ ਗਈ, ਉਹਨਾਂ ਨੂੰ ਫਿਰ ਮਹਾਰਾਜ ਕਹਿੰਦੇ ਨਾਮ ਰਸੈਣ ਰਤੇ, ਨਾਨਕ ਸੱਚ ਅਮਲੀ। ਵੀ ਉਹ ਸੱਚੇ ਅਮਲੀ ਨੇ, ਵੀ ਉਹ ਮਾਲਕ ਦੇ ਪਿਆਰ ਤੋਂ ਬਿਨਾਂ, ਮਾਲਕ ਦੀ ਭਗਤੀ ਤੋਂ ਬਿਨਾਂ, ਉਹਦੇ ਗੁਣ ਗਾਇਆਂ ਤੋਂ ਬਿਨਾਂ ਰਹਿ ਹੀ ਨਹੀਂ ਸਕਦੇ। ਵੀ ਉਹਨਾਂ ਦਾ ਸੁਭਾਅ ਬਣ ਗਿਆ ਪਰਉਪਕਾਰ ਕਰਨ ਵਾਲਾ,
ਪਰਉਪਕਾਰੀ ਹੋ ਜਾਂਦੇ, ਉਹਨਾਂ ਦਾ ਸੁਭਾਅ ਇੱਦਾਂ ਦਾ ਹੋ ਜਾਂਦਾ। ਮਾਲਕ ਵਾਲਾ, ਜਿਵੇਂ ਮਾਲਕ ਦਿਆਲੂ ਹੈ ਉਹ ਵੀ ਦਿਆਲੂ ਹੁੰਦੇ, ਮਾਲਕ ਕਿਰਪਾਲੂ ਹੈ ਉਹ ਵੀ ਕਿਰਪਾਲੂ ਹੋ ਜਾਂਦੇ। ਜਿਹੜੇ ਗੁਣ ਪਰਮਾਤਮਾ ਦੇ ਵਿੱਚ ਨੇ, ਜਦੋਂ ਆਪਾਂ ਸਤਿਗੁਰ ਦੀ ਸੇਵਾ ਕਰਾਂਗੇ, ਜਿਹੜੇ ਗੁਣ ਸਤਿਗੁਰ 'ਚ ਨੇ ਉਹੀਓ ਗੁਣ ਆਪਣੇ ਵਿੱਚ ਆ ਜਾਂਦੇ। ਕਿਉਂਕਿ ਆਪਣਾ ਮਨ ਜਿਹਦਾ ਸੰਗ ਕਰਦਾ ਹੈ, ਜਿੱਦਾਂ ਦੀ ਇਹ ਸੰਗਤ ਕਰਦਾ ਉੱਦਾਂ ਦਾ ਹੀ ਸਾਡੇ ਮਨ ਦੇ ਉੱਤੇ ਰੰਗ ਚੜ੍ਹ ਜਾਂਦਾ। ਜਦੋਂ ਇਹ ਇੱਧਰ ਮਾਇਆ ਦੇ ਘਰ ਹੁੰਦਾ, ਇਹਨੂੰ ਮਾਇਆ ਦੇ ਰੰਗ ਚੜ੍ਹੇ ਹੁੰਦੇ, ਜਿਵੇਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੇ। ਜਦੋਂ ਇਹ ਇਹਨਾਂ ਦਾ ਸੰਗੀ ਬਣਿਆ ਹੁੰਦਾ, ਇਹਨੂੰ ਇਹਨਾਂ ਦਾ ਰੰਗ ਚੜ੍ਹ ਜਾਂਦਾ। ਜਿਵੇਂ ਇਹਨੂੰ ਕਾਮ ਦਾ ਰੰਗ ਚੜ੍ਹ ਜਾਂਦਾ, ਉਦੋਂ ਕਹਿੰਦੇ ਕਾਮੀ ਹੋ ਗਏ। ਜਦੋਂ ਇਹਨੂੰ ਲੋਭ ਦਾ ਰੰਗ ਚੜ੍ਹ ਜਾਂਦਾ, ਕਹਿੰਦੇ ਲੋਭੀ ਹੋ ਗਏ। ਵੀ ਲੋਭ ਦਾ ਰੰਗ ਚੜ੍ਹ ਗਿਆ ਤੇ ਲੋਭ ਰੂਪੀ ਹੋ ਗਿਆ। ਜਦੋਂ ਇਹਨੂੰ ਹੰਕਾਰ ਦਾ ਰੰਗ ਚੜ੍ਹ ਜਾਂਦਾ, ਕਹਿੰਦੇ ਹੰਕਾਰੀ ਹੋ ਗਏ। ਹੰਕਾਰੀ ਮਤਲਬ ਵੀ ਹੰਕਾਰ ਦਾ ਹੀ ਰੂਪ ਹੋ ਗਿਆ। ਜਾਣੀ ਦੀ ਜਿੱਦਾਂ ਦੀ ਇਹ ਸੰਗਤ ਕਰਦਾ, ਉੱਦਾਂ ਦਾ ਹੀ ਮਨ ਦੇ ਉੱਤੇ ਰੰਗ ਚੜ੍ਹ ਜਾਂਦਾ। ਜੇ ਸਤਿਗੁਰ ਦਾ ਸੰਗ ਕਰਦਾ ਤੇ ਸਤਿਗੁਰ ਦਾ ਰੂਪ ਹੀ ਬਣ ਜਾਂਦਾ। ਪਰ ਕਿਉਂ ਇਹਨੂੰ ਸੰਗ ਹੀ ਸਤਿਗੁਰ ਦਾ ਹੋ ਗਿਆ ਤੇ ਇਹਨੇ ਸਤਿਗੁਰੂ ਵਰਗਾ ਹੀ ਬਣ ਜਾਣਾ। ਇਸ ਲਈ ਮਹਾਰਾਜ ਕਹਿੰਦੇ, ਕਬੀਰ ਮਨ ਪਾਂਖੀ ਭਇਓ ਅੱਡ ਅੱਡ ਦਇ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਤੈਸੋ ਹੀ ਫਲ ਖਾਏ। ਵੀ ਜਿੱਦਾਂ ਦਾ ਮਨ ਨੂੰ ਸੰਗ ਹੁੰਦਾ, ਜਿਹਦਾ ਇਹ ਸੰਗ ਕਰਦਾ ਉਹਦਾ ਮਨ ਦੇ ਉੱਤੇ ਰੰਗ ਚੜ੍ਹ ਜਾਂਦੇ, ਉਹੀਓ ਰੂਪ ਬਣ ਜਾਂਦਾ। ਜੇ ਹੁਣ ਅਸੀਂ ਸੰਗ ਕਰੀਏ ਸਤਿਗੁਰ ਦਾ, ਇਹਦੇ 'ਤੇ ਸਤਿਗੁਰ ਦਾ ਰੰਗ ਚੜ੍ਹ ਜਾਂਦਾ, ਮਾਲਕ ਦਾ, ਪਰਮਾਤਮਾ 'ਚ। ਜੇ ਸੰਗ ਕਰਦਾ ਮਾਇਆ ਦਾ ਤੇ ਇਹਦੇ 'ਤੇ ਮਾਇਆ ਦੇ ਰੰਗ ਚੜ੍ਹ ਜਾਂਦੇ। ਔਰ ਇਸ ਕਰਕੇ ਵੀ ਜਿਹਦੀ ਇਹ ਸੇਵਾ ਕਰਦਾ ਇਹ ਉਹੀਓ ਰੂਪ ਹੋ ਜਾਂਦਾ। ਜੈਸੋ ਸੇਵੇ ਤੈਸੋ ਹੋਈ। ਜੇ ਹੁਣ ਇਹ ਪੁਜਾਰੀ ਹੀ ਮਾਇਆ ਦਾ ਬਣਿਆ ਹੋਇਆ ਤੇ ਇਹਨੇ ਮਾਇਆਧਾਰੀ ਹੋ ਜਾਣਾ। ਜੇ ਮਾਇਆਧਾਰੀ ਹੋ ਗਿਆ ਤੇ ਇਹਨੇ ਅੰਨਾ ਤੇ ਬੋਲਾ ਹੋ ਜਾਣਾ, ਕਿਉਂਕਿ ਮਾਇਆ ਇਹਨੂੰ ਸਰਪਣੀ ਕਹਿੰਦੇ। ਜਿਹੜਾ ਵੀ ਇਹਦੀ ਪੂਜਾ ਕਰਦਾ ਸੱਪ ਦੀ, ਜਿਵੇਂ ਆਮ ਕਹਾਵਤ ਹੁੰਦੀ ਸੀ ਵੀ ਜੇ ਸੱਪ ਨੂੰ ਦੁੱਧ ਪਿਆਈਏ ਤੇ ਉਹ ਸੱਪ ਕਿਸੇ ਦਾ ਮਿੱਤਰ ਨਹੀਂ ਹੁੰਦਾ, ਉਹ ਦੁੱਧ ਪਿਆਉਣ ਵਾਲੇ ਦੇ ਹੀ ਡੰਗ ਮਾਰ ਦਿੰਦਾ। ਇਸੇ ਤਰ੍ਹਾਂ ਹੀ ਇਹ ਮਾਇਆ ਨੂੰ ਸਰਪਣੀ ਕਹਿੰਦੇ। ਜਿਹੜੇ ਇਹ ਸਰਪਣੀ ਦੀ ਪੂਜਾ ਕਰਦੇ, ਜਿਹੜੀ ਇਹਦੀ ਸੇਵਾ ਕਰਦੇ, ਸਰਪਣੀ ਉਹਨਾਂ ਨੂੰ ਖਾ ਜਾਂਦੀ, ਉਹਨਾਂ ਨੂੰ ਡਸ ਲੈਂਦੀ। ਮਹਾਰਾਜ ਇਸ ਲਈ ਫਰਮਾਉਂਦੇ, ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਈ, ਇਸकी ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ। ਵੀ ਇਹ ਮਾਇਆ ਜਿਹੜੀ ਇਹ ਨਾਗਣੀ ਸਰਪਣੀ, ਜਿਹੜੇ ਇਹਦੀ ਸੇਵਾ ਕਰਦੇ ਉਹਨਾਂ ਨੇ ਖਾ ਜਾਂਦੀ, ਉਹਨਾਂ ਨੂੰ ਨਿਗਲ ਜਾਂਦੀ। ਜਿਵੇਂ ਸਪਣੀ ਆਪਾਂ ਦੇਖਦੇ ਹੋ ਆਪਦੇ ਬੱਚਿਆਂ ਨੂੰ ਖਾ ਜਾਂਦੀ, ਇਸੇ ਤਰ੍ਹਾਂ ਹੀ ਇਹ ਮਾਇਆ ਜਿਹੜੀ ਇਹ ਮੋਹਣੀ, ਇਹ ਬਿਨਾਂ ਦੰਦਾਂ ਤੋਂ ਹੀ ਇਹ ਜੱਗ ਨੂੰ ਖਾ ਜਾਂਦੀ। ਸਿਰਫ ਇਹ ਤੋਂ ਉਹ ਬਚਦੇ ਗੁਰਮੁਖ ਜਿਨ੍ਹਾਂ ਨੇ ਸਤਿਗੁਰ ਦੀ ਸੇਵਾ ਕੀਤੀ, ਜਿਨ੍ਹਾਂ ਨੇ ਨਾਮ ਦੇ ਨਾਲ ਜੁੜ ਕੇ, ਜਿਨ੍ਹਾਂ ਨੇ ਚਿੱਤ ਮਾਲਕ ਦੇ ਨਾਲ, ਸੱਚ ਦੇ ਨਾਲ, ਨਾਮ ਦੇ ਨਾਲ ਲਾ ਲਿਆ, ਉਹ ਬਚ ਜਾਂਦੇ, ਬਾਕੀ ਸਭ ਨੂੰ ਖਾ ਜਾਂਦੀ। ਮਹਾਰਾਜ ਇਸ ਲਈ ਫਰਮਾਉਂਦੇ, ਮਾਇਆ ਮਮਤਾ ਮੋਹਣੀ ਜਿਨ ਬੈਨ ਤਨ ਤਾਂ ਜਗ ਖਾਇਆ, ਮਨਮੁਖ ਖਾਦੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿੱਤ ਲਾਇਆ। ਬਈ ਜਿਨ੍ਹਾਂ ਨੇ ਤਾਂ ਸੱਚ ਤੇ ਨਾਮ ਦੇ ਨਾਲ ਚਿੱਤ ਲਾ ਲਿਆ, ਉਹ ਇਹ ਤੋਂ ਬਚ ਕੇ ਬਾਕੀ ਸਭ ਨੂੰ ਖਾ ਜਾਂਦੀ। ਮਾਇਆ ਭਿਅੰਗਮ ਸਰਪ ਹੈ ਜਗ ਘੇਰਿਆ ਬਿਖ ਮਾਹੀ। ਬਈ ਇਹਨੇ ਐਸਾ ਜੱਗ ਨੂੰ ਆਪਦੇ ਲਪੇਟੇ ਵਿੱਚ ਲਿਆ ਹੈ ਵੀ ਸਭ ਨੂੰ ਹੀ ਬਿਖ ਜ਼ਹਿਰ ਚੜ੍ਹੀ ਜਾਂਦੀ। ਹੁਣ ਤਾਂ ਫਿਰ ਮਹਾਰਾਜ ਕਹਿੰਦੇ ਵੀ ਜੇ ਤਾਂ ਮਨ ਇਹਦੀ ਮਾਇਆ ਦੀ ਸੇਵਾ ਕਰਦਾ, ਸਰਪਣੀ ਦੀ, ਇਹਦਾ ਪੁਜਾਰੀ ਬਣਿਆ,
इस अपनी ने ऐसा ਜ਼ਹਿਰ ਚੜਾਉਣਾ है, ऐसा ਇਹਨੂੰ ਦੱਸਣਾ है। ਇਹਨੂੰ ਜਦੋਂ ਜ਼ਹਿਰ ਚੜ ਗਏ ਅੰਨਾ ਤੇ ਬੋਲਾ ਹੋ ਜਾਂਦਾ, ਇਹ ਗੁੰਗਾ ਹੋ ਜਾਂਦਾ, ਇਹਦੇ ਮਾਲਕ ਨੂੰ ਦੇਖ ਨਹੀਂ ਸਕਦਾ, ਫਿਰ ਇਹ ਸਤਿਗੁਰ ਦੀ ਸੇਵਾ ਨਹੀਂ ਕਰ ਸਕਦਾ। ਫਿਰ ਇਹ ਬੋਲਾ ਹੋ ਗਿਆ ਤੇ ਮਾਲਕ ਦੀ ਆਵਾਜ਼ ਨੂੰ ਨਹੀਂ ਸੁਣ ਸਕਦਾ, ਗੁੰਗਾ ਹੋ ਗਿਆ, ਫਿਰ ਇਹ ਮਾਲਕ ਦੇ ਗੁਣ ਨਹੀਂ ਗਾ ਸਕਦਾ। ਜਿਵੇਂ ਹੁਣ ਜਿਹੜੇ ਜੀਵ ਮਾਇਆਧਾਰੀ ਹੋ ਗਏ, ਜਿਹੜੇ ਇਹ ਮਾਇਆ ਦੇ ਪੁਜਾਰੀ ਬਣ ਗਏ, ਤੁਸੀਂ ਉਹਨਾਂ ਨੂੰ ਆਖੋਗੇ ਸਿਮਰਨ ਕਰੋ, ਉਹ ਕਹਿਣਗੇ ਹੁੰਦਾ ਹੀ ਨਹੀਂ। ਕਿਉਂਕਿ ਗੁੰਗੇ ਹੋ ਗਏ। ਗੁੰਗੇ ਤਾਂ ਹੋ ਗਏ ਕਿਉਂਕਿ ਉਹ ਜ਼ਹਿਰ ਚੜ੍ਹ ਗਏ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ, ਮਾਇਆਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੇ ਬਹੁ ਰੋਲਕ ਝੋਲਾ। ਬਈ ਜਿਹੜਾ ਮਾਇਆਧਾਰੀ ਹੋ ਗਿਆ ਉਹਦੇ ਫਿਰ ਇਹ ਲੱਛਣ ਦੱਸ ਦਿੱਤੇ। ਕਿਉਂਕਿ ਮਨ ਹੈ ਜਿਹੜਾ, ਉਹਨੇ ਇਹਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ, ਮਾਇਆ ਦਾ ਪੁਜਾਰੀ ਬਣ ਕੇ। ਜੇ ਇਹਦਾ ਪੁਜਾਰੀ ਬਣ ਜਾਏਗਾ ਤੇ ਇਹਦਾ ਹੀ ਰੂਪ ਹੋ ਜਾਏਗਾ। ਤੇ ਜੇ ਹੁਣ ਅਸੀਂ ਸਤਿਗੁਰ ਦੀ ਸੇਵਾ ਕਰਾਂਗੇ, ਮਾਲਕ ਦੀ ਸੇਵਾ ਕਰਾਂਗੇ, ਤੇ ਫਿਰ ਇਹ ਮਾਲਕ ਦਾ ਰੂਪ ਹੋ ਜਾਂਦਾ। ਔਰ ਇਸ ਵਾਸਤੇ ਫਿਰ ਮਾਲਕ ਦੀ ਸੇਵਾ ਅਸੀਂ ਕਿਵੇਂ ਕਰਨੀ ਆ, ਉਹਦੇ ਲਈ ਇਹ ਸਤ ਸੰਗਤ। ਸਤ ਸੰਗਤ ਦੇ ਵਿੱਚ ਆ ਕੇ ਪਹਿਲਾਂ ਤਾਂ ਸਾਡੇ ਮਨ 'ਤੇ ਜਿਹੜਾ ਜ਼ਹਿਰ ਚੜ੍ਹਿਆ ਹੁੰਦਾ ਬਿਖ, ਉਹਨੂੰ ਅਸੀਂ ਲਾਉਂਦੇ। ਜਿਉਂ-ਜਿਉਂ ਅਸੀਂ ਇਹ ਸਿਮਰਨ ਕਰਾਂਗੇ ਤੇ ਉਹਦਾ ਜ਼ਹਿਰ ਲੱਥੇਗਾ। ਜਿਵੇਂ ਮਹਾਰਾਜ ਕਹਿੰਦੇ ਬਈ ਇਹ ਮਾਇਆ ਸਰਪਣੀ ਹੈ ਤੇ ਮਨ ਨੂੰ ਜ਼ਹਿਰ ਚੜ੍ਹੇ ਹੈ। ਇਹ ਜ਼ਹਿਰ ਨੂੰ ਲਾਉਣ ਵਾਸਤੇ ਗੁਰੂ ਦਾ ਸ਼ਬਦ ਹੈ ਗਰੜ ਮੰਤਰ। ਜਿਵੇਂ ਅੱਗੇ ਪੁਰਾਣੇ ਸਮਿਆਂ ਦੇ ਵਿੱਚ ਮੰਤਰਾਂ ਦੇ ਨਾਲ ਇਲਾਜ ਕੀਤਾ ਜਾਂਦਾ ਸੀ। ਜਿਵੇਂ ਕਿਸੇ ਨੂੰ ਸੱਪ ਲੜ ਜਾਂਦਾ, ਉਹ ਮੰਤਰ ਪੜ੍ਹਦੇ, ਉਹਦੇ ਨਾਲ ਉਹਦਾ ਜ਼ਹਿਰ ਲਾ ਦਿੰਦੇ। ਜਿਵੇਂ ਉਹਨੂੰ ਗਰੜ ਮੰਤਰ ਕਹਿੰਦੇ। ਜਾਂ ਇੱਕ ਗਰੜ ਪੰਛੀ ਹੈ, ਉਹਦੀ ਖੁਰਾਕ ਸੱਪ ਹੈ, ਉਹ ਸੱਪ ਨੂੰ ਖਾ ਜਾਂਦਾ। ਇਸੇ ਤਰ੍ਹਾਂ ਹੀ ਫਿਰ ਇਹ ਮਾਇਆ ਦਾ ਜਿਹੜਾ ਮਾਰਨ ਹੈ, ਉਹਨੂੰ ਮਹਾਰਾਜ ਕਹਿੰਦੇ ਵੀ ਗਰੜ ਸ਼ਬਦ। ਤੁਸੀਂ ਗਰੜ ਸ਼ਬਦ ਮੁੱਖ ਦੇ ਵਿੱਚ ਪਾਓ, ਉਹਦਾ ਜਾਪ ਕਰੋ, ਤੇ ਜਿਹੜੀ ਇਹ ਜ਼ਹਿਰ ਲੱਥੀ ਹੋਈ, ਇਹ ਜ਼ਹਿਰ ਲੈਣੀ ਸ਼ੁਰੂ ਹੋ ਜਾਏਗੀ। ਮਹਾਰਾਜ ਇਸ ਲਈ ਫਰਮਾਉਂਦੇ, ਬਿਖ ਕਾ ਮਾਰਨ ਹਰ ਨਾਮ ਹੈ ਗੁਰ ਗਰੜ ਸ਼ਬਦ ਮੁੱਖ ਪਾਏ। ਵੀ ਬਿਖ ਦਾ ਮਾਰਨ ਹੈ, ਜਿਹੜਾ ਬਿਖ ਦਾ ਤੋੜ ਹੈ, ਉਹ ਗੁਰੂ ਦਾ ਸ਼ਬਦ ਗਰੜ ਮੰਤਰ ਹੈ। ਜਦੋਂ ਅਸੀਂ ਇਹ ਮੰਤਰ ਦਾ ਜਾਪ ਕਰਾਂਗੇ ਤੇ ਸਾਡਾ ਜ਼ਹਿਰ ਲੈਣਾ ਸ਼ੁਰੂ ਹੋ ਜਾਏਗਾ। ਫਿਰ ਜਿਵੇਂ ਆਪਾਂ ਦੇਖਦੇ ਹਾਂ ਵੀ ਗੁਰਮੁਖ ਜੋਗੀ ਹੁੰਦੇ, ਇੱਕ ਤਾਂ ਜੋਗੀ ਹੁੰਦੇ ਜਿਵੇਂ ਆਪਾਂ ਬਾਹਰ ਦੇਖਦੇ ਹਾਂ, ਜਿਨ੍ਹਾਂ ਨੇ ਪਹਿਰਾਵਾ ਪਾਇਆ ਹੁੰਦਾ, ਭਗਵੇਂ ਕੱਪੜੇ ਪਾਏ ਹੁੰਦੇ, ਤੇ ਉਹਨਾਂ ਕੋਲ ਸੱਪ ਹੁੰਦੇ। ਸੱਪ ਨੂੰ ਉਹ ਪਟਾਰੀ 'ਚ ਬੰਦ ਕਰ ਲੈਂਦੇ, ਸੱਪ ਦੇ ਜ਼ਹਿਰ ਕੱਢ ਦਿੰਦੇ। ਔਰ ਇਸੇ ਤਰ੍ਹਾਂ ਹੀ ਗੁਰਮੁਖਾਂ ਨੂੰ ਜੋਗੀ ਆਖੇ, ਗੁਰਮੁਖ ਜੋਗੀ। ਔਰ ਇਹ ਜਿਹੜੇ ਗੁਰਮੁਖ ਜੋਗੀ, ਇਸ ਆਪਣੀ ਨੂੰ ਜਿਹੜਾ ਇਹ ਵਸ ਵਿੱਚ ਕਰ ਲੈਂਦੇ। ਉਹ ਜਿਵੇਂ ਆਪਾਂ ਦੇਖਦੇ ਹਾਂ ਵੀ ਉਹਨਾਂ ਕੋਲ ਮਣਕਾ ਹੁੰਦਾ, ਉਹਨਾਂ ਕੋਲ ਸੁਰਮਾ ਵੀ ਹੁੰਦਾ, ਅੱਖਾਂ ਦੇ ਵਿੱਚ ਪਾਉਂਦੇ, ਜਿਹਦੇ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੋ ਜਾਂਦੀ। ਔਰ ਇਸੇ ਤਰ੍ਹਾਂ ਹੀ ਜਿਹੜੇ ਗੁਰਮੁਖ ਜੋਗੀ, ਉਹਨਾਂ ਕੋਲ ਫਿਰ ਗਿਆਨ ਦਾ ਅੰਜਨ ਹੁੰਦਾ, ਸੁਰਮਾ, ਉਹ ਨਾਲ ਨਾਲ ਸਾਡੇ ਨੇਤਰਾਂ 'ਚ ਪਾਉਂਦੇ। ਨਾਲ ਨਾਲ ਅਸੀਂ ਗਰੜ ਸ਼ਬਦ ਦਾ ਜਾਪ ਕਰਦੇ ਹਾਂ, ਸਾਡਾ ਜ਼ਹਿਰ ਲੱਥਦਾ, ਫਿਰ ਸਾਡੇ ਨੇਤਰਾਂ 'ਚ ਗਿਆਨ ਦਾ ਸੁਰਮਾ ਪਾਉਂਦੀ, ਜਿਹਦੇ ਨਾਲ ਸਾਡੇ ਅੰਦਰੋਂ ਅਗਿਆਨਤਾ ਦਾ ਹਨੇਰਾ ਜਿਹੜਾ ਉਹ ਦੂਰ ਹੁੰਦਾ। ਜਿਹੜੀ ਜ਼ਹਿਰ ਚੜ੍ਹੀ ਹੁੰਦੀ, ਉਹ ਜ਼ਹਿਰ ਲੱਥਦੀ। ਮਹਾਰਾਜ ਫਰਮਾਉਂਦੇ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਬਈ ਗੁਰਮੁਖਾਂ ਨੇ ਇਹ ਸਰਪਣੀ ਨੂੰ ਵਸ ਵਿੱਚ ਕਰ ਲਈ। ਜਿਵੇਂ ਇਹ ਸਰਪਣੀ ਇਹ ਮਨਮੁਖਾਂ ਨੂੰ ਖਾ ਜਾਂਦੀ, ਜਿਹੜੇ ਗੁਰਮੁਖ ਨੇ ਉਹ ਸਰਪਣੀ ਨੂੰ ਖਾ ਜਾਂਦੇ।
ਮਹਾਰਾਜ ਕਹਿੰਦੇ ਸਰਪਣੀ ਸਰਪਣੀ ਕਿਆ ਕਹੋ ਭਾਈ, ਜਿਨ ਸਾਚ ਪਛਾਣਿਆ ਤਿਨ ਸਰਪਣੀ ਖਾਈ। ਵੀ ਇਹ ਸਰਪਣੀ ਸੀ ਜਿਹੜੀ ਇਹ ਮਨਮੁਖਾਂ ਨੂੰ ਖਾ ਗਈ, ਅਤੇ ਜਿਹੜੇ ਗੁਰਮੁਖ ਸੀ ਉਹ ਸਰਪਣੀ ਨੂੰ ਖਾ ਜਾਂਦੇ ਸੀ। ਉਹ ਇਹ ਮਾਇਆ ਦੇ ਸਰਪਣੀ ਦੇ ਦੰਦ ਖੱਟੇ ਕਰ ਦਿੰਦੇ। ਜਿਵੇਂ ਮਹਾਰਾਜ ਕਹਿੰਦੇ ਵੀ ਭਗਤ ਬਾਬਾ ਕਬੀਰ ਜੀ ਕਹਿੰਦੇ ਵੀ ਇਹ ਜਿਹੜੀ ਮਾਇਆ ਸੀ, ਇਹ ਮਾਇਆ ਦਾ ਅਸੀਂ ਨੱਕ ਵੱਢ ਦਿੱਤਾ, ਇਹਨਾਂ ਨੂੰ ਕੰਨਾਂ ਤੋਂ ਵੀ ਕੱਟ ਦਿੱਤੀ। ਕੱਟ ਕੇ ਉਹਨਾਂ ਨੇ ਟੋਟੇ ਟੋਟੇ ਕਰਕੇ ਇਹਨੂੰ ਪਰੇ ਸੁੱਟ ਦਿੱਤਾ। ਮਹਾਰਾਜ ਕਹਿੰਦੇ ਨਾਕੋਂ ਕਾਟੀ ਕੰਨੋਂ ਕਾਟੀ ਕਾਟ ਕੂਟ ਕੇ ਡਾਰੀ। ਕਹਿਤ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਵੀ ਇਹ ਜਿਹੜੀ ਮਾਇਆ ਤਿੰਨਾਂ ਲੋਕਾਂ ਦੇ ਵਿੱਚ ਮਨਮੁਖਾਂ ਨੂੰ ਤਾਂ ਬੜੀ ਪਿਆਰੀ ਲੱਗਦੀ, ਪਰ ਜਿਹੜੇ ਸੰਤ ਨੇ ਸੰਤਾਂ ਦੀ ਬੈਰਨ, ਕਿਉਂਕਿ ਸੰਤਾਂ ਨੂੰ ਪਤਾ ਵੀ ਇਹ ਪਰਮਾਤਮਾ ਤੋਂ ਦੂਰ ਲੈ ਜਾਂਦੀ। ਇਸ ਵਾਸਤੇ ਫਿਰ ਸੰਤਾਂ ਨੇ ਇਹਨਾਂ ਨੂੰ ਕੱਟ ਕੇ ਪਾਸੇ ਸਿੱਟ ਦਿੱਤਾ, ਕੰਨਾਂ ਤੋਂ ਨੱਕਾਂ ਤੋਂ ਇਹਨੂੰ ਕੱਟ ਦਿੱਤੀ। ਇਸ ਵਾਸਤੇ ਫਿਰ ਸਤਿਗੁਰੂ ਸਾਨੂੰ ਸਮਝਾਉਂਦੇ ਵੀ ਜਦੋਂ ਅਸੀਂ ਇਹ ਮਾਇਆ ਦਾ ਜ਼ਹਿਰ ਲਾ ਦਾਂਗੇ, ਮਨ ਜਾਗਤ ਅਵਸਥਾ 'ਚ ਆ ਜਾਏਗਾ, ਮਨ ਜਾਗ ਪਏਗਾ। ਜਦੋਂ ਮਨ ਜਾਗੇਗਾ ਫਿਰ ਇਹ ਸਤਿਗੁਰ ਦੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਏਗਾ, ਇਹਦੇ ਗੁਰੂ ਦੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਏਗਾ ਵੀ ਹੁਣ ਮੈਂ ਸੇਵਾ ਕਰਨੀ ਚਾਹੁੰਦਾ। ਫਿਰ ਉਹ ਜਦੋਂ ਸੇਵਾ ਕਰੇਗਾ ਜਾਗਤ ਅਵਸਥਾ ਦੇ ਵਿੱਚ, ਫਿਰ ਉਹਦੇ ਵਿੱਚ ਪਿਆਰ ਹੁੰਦਾ, ਪ੍ਰੇਮ ਹੁੰਦਾ, ਉਹਦੇ ਵਿੱਚ ਕੋਈ ਸਵਾਰਥ ਨਹੀਂ ਹੁੰਦਾ, ਨਿਰਸਵਾਰਥ। ਜਦੋਂ ਵਿੱਚ ਕੋਈ ਸਵਾਰਥ ਨਹੀਂ ਹੋਏਗਾ, ਉਹ ਸਾਡੀ ਕੀਤੀ ਹੋਈ ਸੇਵਾ ਫਿਰ ਉਹ ਸਫਲ ਹੈ। ਉਹਦੇ ਨਾਲ ਫਿਰ ਸਾਡੇ ਅੰਦਰੋਂ ਜਿਹੜੀ ਹਉਮੈ ਹੁੰਦੀ, ਉਹ ਹਉਮੈ ਦਾ ਨਾਸ ਹੋ ਜਾਂਦਾ। ਤਾਂਹੀਓ ਫਿਰ ਮਹਾਰਾਜ ਕਹਿੰਦੇ ਵੀ ਜਿਹੜਾ ਸੇਵਕ ਹੈ ਉਹ ਐਸੀ ਸੇਵਾ ਕਰੇ ਬਈ ਜਿਹਦਾ ਸਾਰਾ ਕੁਛ ਹੈ ਮਾਲਕ ਦਾ, ਸਾਰਾ ਕੁਛ ਉਹਦੇ ਅੱਗੇ ਆਪਣਾ ਆਪ ਅਰਪਣ ਕਰ ਦੇਵੇ। ਐਸੀ ਸੇਵਕ ਸੇਵਾ ਕਰੇ ਜਿਸ ਕਾ ਜੀਓ ਤੈਸਾ ਗੇ ਧਰੇ। ਸਾਹਿਬ ਭਾਵੇ ਸੋ ਪਰਵਾਨ, ਸੋ ਸੇਵਕ ਦਰਗਾ ਪਾਵੇ ਮਾਨ। ਬਈ ਜਿਹੜਾ ਸੇਵਕ ਹੈ ਉਹ ਐਸੀ ਸੇਵਾ ਕਰੇ ਬਈ ਸਾਰਾ ਕੁਛ ਜਿਹਦਾ ਹੈਗਾ ਮਾਲਕ ਦਾ, ਉਹਦੇ ਅੱਗੇ ਆਪਣਾ ਆਪ ਅਰਪਣ ਕਰ ਦੇ, ਆਪਣਾ ਆਪ ਸਮਰਪਣ ਕਰ ਦੇ। ਜਦੋਂ ਅਸੀਂ ਆਪਣਾ ਆਪ ਸਮਰਪਣ ਕਰ ਦਿਆਂਗੇ ਤੇ ਐਸੇ ਸੇਵਕ ਨੂੰ ਦਰਗਾਹ ਦੇ ਵਿੱਚ ਮਾਣ ਹੈ, ਮਾਲਕ ਦੇ ਘਰ ਦੇ ਵਿੱਚ ਮਾਣ ਹੈ। ਸੋ ਤਾਈਆਂ ਫਿਰ ਸਾਨੂੰ ਸਮਝਾਉਂਦੇ ਵੀ ਸੇਵਾ ਕੀ ਹੈ। ਗੁਰ ਸੇਵਾ ਗੁਰ ਭਗਤ ਹੈ, ਬਿਰਲਾ ਪਾਵੇ ਕੋਈ। ਬਈ ਗੁਰੂ ਦੀ ਸੇਵਾ ਕਰਨੀ ਹੀ ਇਹ ਭਗਤੀ ਹੈ, ਅਤੇ ਗੁਰੂ ਦੀ ਸੇਵਾ ਹੁੰਦੀ ਸੁਣ ਸੁਣ ਕੇ। ਮਾਲਕ ਬੋਲ ਰਿਹਾ, ਸਾਡੇ ਮਨ ਨੇ ਸੁਣੀ ਜਾਣਾ ਸ਼ਬਦ ਸਤ ਸਤ ਪ੍ਰਭ ਬਖਤਾ, ਸੁਰਤ ਸਤ ਸਤ ਜਸ ਸੁਣਤਾ। ਵੀ ਮਾਲਕ ਬੋਲ ਰਹੇ ਅਤੇ ਅਸੀਂ ਸੁਣਨਾ, ਇਹ ਭਗਤੀ ਹੈ। ਇੱਥੋਂ ਸਾਡੀ ਭਗਤੀ ਸ਼ੁਰੂ ਹੁੰਦੀ। ਗੁਰਮੁਖ ਭਗਤ ਜਿਤ ਸਹਿਜ ਤੁਹਾਨੂੰ ਉਪਜੇ, ਬਿਨ ਭਗਤੀ ਮੈਲ ਨਾ ਜਾਏ। ਜਦ ਤੱਕ ਅਸੀਂ ਇਹ ਭਗਤੀ ਨਹੀਂ ਕਰਾਂਗੇ, ਸਾਡੇ ਮਨ ਦੀ ਮੈਲ ਨਹੀਂ ਜਾਏਗੀ, ਮੈਲ ਉਤਰੇਗੀ ਨਹੀਂ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਭਗਤੀ ਤੱਕ ਪਹੁੰਚਣ ਵਾਸਤੇ ਇਹ ਹੁਣ ਆਪਾਂ ਜਿਹੜਾ ਸਿਮਰਨ ਅਭਿਆਸ ਕਰਦੇ, ਇਹ ਜਿਹੜਾ ਆਪਾਂ ਸਿਮਰਨ ਕਰਦੇ ਹਾਂ ਜਾਂ ਅਸੀਂ ਗੁਰਬਾਣੀ ਗੁਰੂ ਨੂੰ ਪੜ੍ਹਦੇ ਹਾਂ, ਇਹਨੂੰ ਭਗਤੀ ਨਹੀਂ ਸਮਝਣਾ। ਇਹ ਭਗਤੀ ਨਹੀਂ ਹੈ। ਭਗਤੀ ਸਾਡੀ ਸ਼ੁਰੂ ਹੁੰਦੀ ਚੌਥੇ ਪਦ ਤੋਂ, ਨਾਮ ਤੋਂ। ਗੁਰਬਾਣੀ ਗੁਰੂ ਨੂੰ ਜਦੋਂ ਅਸੀਂ ਪੜ੍ਹਦੇ ਹਾਂ, ਉਹ ਸਾਨੂੰ ਭਗਤੀ ਦਾ ਮਾਰਗ ਦੱਸਦੇ। ਭਗਤੀ ਸਾਡੀ ਸ਼ੁਰੂ ਹੋਣੀ ਨਾਮ ਤੋਂ, ਸਹਿਜ ਧੁਨ ਤੋਂ। ਜਿਹੜਾ ਇਹ ਆਪਾਂ ਸਿਮਰਨ ਕਰਦੇ ਹਾਂ, ਇਸ ਵਾਸਤੇ ਕਰਦੇ ਬਈ ਅਸੀਂ ਉਹ ਭਗਤੀ ਤੱਕ ਪਹੁੰਚ ਜਾਈਏ, ਬਈ ਅਸੀਂ ਭਗਤੀ ਕਰਨੀ ਸ਼ੁਰੂ ਕਰ ਦਈਏ, ਮਾਲਕ ਸਾਨੂੰ ਭਗਤੀ ਦੇ ਉੱਤੇ ਲਾ ਲਵੇ। ਇਸੇ ਭਗਤੀ ਨੂੰ ਹੀ ਫਿਰ
ਬੇਨਤੀ ਕਰਦੇ ਵੀ ਅਸੀਂ ਅੱਗੇ ਦੀ ਅੱਗੇ ਚੱਲੇ ਆ ਰਹੇ ਹਾਂ, ਗਾਂਹ ਦੀ ਗਾਂਹ ਕਾਰਾਂ ਦੇ ਵਿੱਚ ਤੁਰੇ ਆ ਰਹੇ ਵੀ ਸਾਡੇ 'ਤੇ ਹੁਣ ਕਿਰਪਾ ਦ੍ਰਿਸ਼ਟੀ ਕਰੋ ਵੀ ਸਾਨੂੰ ਆਪਣੀ ਭਗਤੀ ਦੇ ਉੱਤੇ ਲਾ ਲਓ। ਮਹਾਰਾਜ ਫਰਮਾਉਂਦੇ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਨਾਈ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਈ। ਵੀ ਮਾਲਕ ਨੂੰ ਸਾਡੀ ਬੇਨਤੀ ਹੈ ਵੀ ਸਾਨੂੰ ਆਪਦੀ ਭਗਤੀ 'ਤੇ ਲਾ ਲੈ। ਬਈ ਅਸੀਂ ਹੁਣ ਤੇਰੇ ਅੱਗੇ ਬੇਨਤੀਆਂ ਕਰਦੇ ਹਾਂ, ਜੋਦੜੀਆਂ ਕਰਦੇ ਹਾਂ ਬਈ ਸਾਡੇ 'ਤੇ ਕਿਰਪਾ ਕਰ, ਸਾਨੂੰ ਭਗਤੀ ਦੀ ਦਾਤ ਦਿੱਤੀ। ਰਮਾਉਂਦੇ ਤੇਰੀ ਪਨੇ ਖੁਦਾਈ, ਤੂੰ ਬਖਸ਼ੰਦਗੀ, ਸ਼ੇਖ ਫਰੀਦੇ ਖੈਰ ਦੀਜੇ ਬੰਦ ਕੀ। ਬਈ ਤੇਰੀ ਪਨਾਹ ਦੇ ਵਿੱਚ ਆਏ ਹਾਂ, ਤੇਰੀ ਸ਼ਰਨ ਦੇ ਵਿੱਚ ਆਏ, ਤੇਰਾ ਨਾਮ ਧਿਆ ਰਹੇ ਹਾਂ, ਤੇਰਾ ਸਿਮਰਨ ਕਰ ਰਹੇ ਹਾਂ। ਬਈ ਹੁਣ ਸਾਡੀ ਝੋਲੀ ਵਿੱਚ ਬੰਦਗੀ ਦੀ ਖੈਰ ਪਾਤੀ, ਬਈ ਸਾਨੂੰ ਬੰਦਗੀ 'ਤੇ ਲਾ ਲਾ, ਸਾਨੂੰ ਨਾਮ ਦੀ ਦਾਤ ਦੇ ਦੇ। ਆ ਕੇ ਸਾਡਾ ਮਨ ਉਹ ਸ਼ਬਦ ਗੁਰੂ ਦੀ ਸੇਵਾ ਦੇ ਵਿੱਚ ਹਾਜ਼ਰ ਹੋ ਜੀ, ਤਾਂ ਕਿ ਸਾਡੀ ਭਗਤੀ ਜਿਹੜੀ ਉਹ ਭਗਤੀ ਸ਼ੁਰੂ ਹੋ ਜੀ। ਇਉਂ ਮਾਰੇ ਕਹਿੰਦੇ ਹਰ ਭਗਤ ਹਰ ਕਾ ਪਿਆਰ ਹੈ। ਬਈ ਹਰੀ ਦੀ ਭਗਤੀ ਹੀ ਹਰੀ ਦਾ ਪਿਆਰ ਹੈ, ਅਤੇ ਇਹ ਪ੍ਰੇਮਾ ਭਗਤੀ। ਸਤ ਸੰਗਤ ਤੋਂ ਬਿਨਾਂ ਸਾਡੇ ਅੰਦਰ ਹੀ ਪ੍ਰੇਮ ਨਹੀਂ ਪੈਦਾ ਹੁੰਦਾ, ਅਤੇ ਪ੍ਰੇਮ ਤੋਂ ਬਿਨਾਂ ਭਗਤੀ ਨਹੀਂ ਅਸੀਂ ਕਰ ਸਕਦੇ। ਮਹਾਰਾਜ ਫਰਮਾਉਂਦੇ ਸਾਧ ਸੰਗਤ ਬਿਨ ਭਾਵ ਨਹੀਂ ਉਪਜੇ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਬਈ ਪ੍ਰੇਮ ਤੋਂ ਬਿਨਾਂ ਅਸੀਂ ਭਗਤੀ ਨਹੀਂ ਕਰ ਸਕਦੇ। ਤਾਂਹੀਓ ਫਿਰ ਆਪਾਂ ਨੂੰ ਸਮਝਾਉਂਦੇ ਵੀ ਪਿਆਰ ਸਾਡੇ ਅੰਦਰ ਫੇਰ ਹੀ ਪੈਦਾ ਹੋਣਾ ਜਦੋਂ ਹੁਣ ਅਸੀਂ ਸਿਮਰਨ ਕਰਾਂਗੇ, ਸਾਡੇ ਮਨ ਦੀ ਮੈਲ ਉਤਰੇਗੀ। ਜਿੰਨਾ ਸਾਡਾ ਮਨ ਨਿਰਮਲ ਹੋਏਗਾ ਓਨਾ ਹੀ ਇਹਦੇ ਅੰਦਰ ਪਿਆਰ ਉਤਪੰਨ ਹੋਏਗਾ। ਜਿੰਨਾ ਇਹ ਮੈਲਾ ਹੁੰਦਾ ਓਨਾ ਹੀ ਇਹ ਸਵਾਰਥੀ ਹੁੰਦਾ, ਓਨਾ ਹੀ ਇਹਦੇ ਅੰਦਰ ਕੋਈ ਪਿਆਰ ਨਹੀਂ ਹੁੰਦਾ। ਇਹ ਸਿਰਫ ਸਵਾਰਥ ਕਰਕੇ ਪਿਆਰ ਕਰਦਾ ਹੈ ਵੀ ਜੇ ਤਾਂ ਮੇਰਾ ਕੋਈ ਸਵਾਰਥ ਹੈ ਵਿੱਚ, ਮਕਸਦ ਹੈ ਅਤੇ ਪਿਆਰ ਹੈ। ਨਹੀਂ ਸਵਾਰਥ ਪੂਰਾ ਹੁੰਦਾ ਅਤੇ ਉਦੋਂ ਹੀ ਪਿਆਰ ਟੁੱਟ ਜਾਂਦਾ ਸੰਸਾਰ ਦਾ। ਇਹ ਜਿਹੜਾ ਸੰਸਾਰ ਦਾ ਜਿਹਨੂੰ ਅਸੀਂ ਪਿਆਰ ਕਹਿੰਦੇ ਹਾਂ, ਇਹ ਕੋਈ ਪਿਆਰ ਨਹੀਂ ਹੈ, ਇਹ ਸਵਾਰਥ। ਪਿਆਰ ਕਰਨਾ ਤਾਂ ਆਪਾਂ ਨੂੰ ਸਤਿਗੁਰੂ ਸਿਖਾਉਂਦੇ ਨੇ। ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਪੜ੍ਹਾਂਗੇ, ਵਿਚਾਰਾਂਗੇ, ਖੋਜਾਂਗੇ, ਫਿਰ ਸਾਨੂੰ ਭੇਦ ਲੱਗਦਾ ਵੀ ਪਿਆਰ ਹੈ ਕੀ ਹੈ, ਅਤੇ ਅਸੀਂ ਪਿਆਰ ਕਿਹਨੂੰ ਕਹਿੰਦੇ ਹਾਂ, ਅਤੇ ਗੁਰਬਾਣੀ ਗੁਰੂ ਵਿੱਚ ਪ੍ਰੇਮ ਕਿਹਨੂੰ ਕਹਿੰਦੇ, ਪ੍ਰੇਮ ਦੀ ਪਰਿਭਾਸ਼ਾ ਕੀ। ਜੋ ਮਹਾਰਾਜ ਸਾਨੂੰ ਕਹਿੰਦੇ ਨਾ ਰੋਜ਼, ਸਾਚ ਕਹੂੰ ਸੁਣ ਲਿਓ ਸਭੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਵੀ ਉਹ ਪ੍ਰੇਮ ਕੀ ਹੈ, ਪ੍ਰੇਮ ਦੀ ਪਰਿਭਾਸ਼ਾ ਕੀ ਹੈ, ਅਤੇ ਪ੍ਰੇਮ ਸਾਡੇ ਅੰਦਰ ਉਤਪੰਨ ਕਦੋਂ ਹੁੰਦਾ। ਉਹ ਫਿਰ ਆਪਾਂ ਨੂੰ ਸਮਝਾਉਂਦੇ ਵੀ ਉਹ ਪਿਆਰ ਸਾਡੇ ਅੰਦਰ ਫਿਰ ਪ੍ਰਗਟ ਹੋਏਗਾ ਜੇ ਸਾਡਾ ਮਨ ਸ਼ੁੱਧ ਹੋਏਗਾ। ਜਿਹੜਾ ਮਨ ਮੈਲਾ ਹੈ, ਜਿਹਦੇ ਮਨ ਦੇ ਅੰਦਰ ਕੂੜ ਭਰਿਆ ਹੋਇਆ, ਉੱਥੇ ਪ੍ਰੇਮ ਕਿੱਥੋਂ। ਪ੍ਰੇਮ ਜਿਹੜਾ ਸ਼ਬਦ ਹੈ ਉਹ ਬੜਾ ਕੀਮਤੀ ਹੈ, ਬੜਾ ਮੁੱਲਾ ਹੈ। ਜਿਹਨੂੰ ਸੰਸਾਰ ਦੇ ਵਿੱਚ ਜੀਵ ਪ੍ਰੇਮ ਕਹਿੰਦਾ ਉਹ ਪਿਆਰ ਨਹੀਂ ਹੈ। ਪ੍ਰੇਮ ਕਰਨਾ ਤਾਂ ਆਪਾਂ ਨੂੰ ਸਤਿਗੁਰੂ ਸਿਖਾਉਂਦੇ। ਗੁਰੂ ਦੀ ਮੱਤ ਜਦੋਂ ਅਸੀਂ ਲਵਾਂਗੇ, ਸਾਡਾ ਹਿਰਦਾ ਸ਼ੁੱਧ ਹੋਏਗਾ, ਮਨ ਸ਼ੁੱਧ ਹੋਏਗਾ, ਫਿਰ ਸਾਡੇ ਅੰਦਰ ਪ੍ਰੇਮਾ ਭਗਤੀ ਜਿਹੜੀ ਉਹ ਉਤਪੰਨ ਹੋਏਗੀ। ਫਿਰ ਸਾਨੂੰ ਪਤਾ ਲੱਗਦਾ ਵੀ ਪਿਆਰ ਕੀ ਹੈ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਉਹ ਪਿਆਰ ਦੀ ਅਵਸਥਾ ਵਿੱਚ ਪਹੁੰਚਣ ਵਾਸਤੇ ਸਾਡਾ ਮਨ ਹੈ ਜਿਹੜਾ ਇਹ ਸ਼ੁੱਧ ਹੋਣਾ ਜ਼ਰੂਰੀ ਹੈ। ਅਤੇ ਸ਼ੁੱਧ ਤਾਂ ਹੋਏਗਾ ਜੇ ਅਸੀਂ ਸਿਮਰਨ ਕਰਾਂਗੇ, ਸਤ ਸੰਗਤ ਕਰਾਂਗੇ, ਫਿਰ ਸਾਡਾ ਮਨ ਸ਼ੁੱਧ ਹੋਣਾ, ਨਹੀਂ ਤਾਂ ਮੈਲ ਦੇ ਨਾਲ ਭਰਿਆ ਰਹਿੰਦਾ। ਤਾਈਓ ਮਹਾਰਾਜ ਫਰਮਾਉਂਦੇ ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀ ਜੇ ਜੀਓ। ਜਿਹੜਾ ਜੀਵ ਸਤ ਸੰਗਤ ਨਹੀਂ ਕਰਦਾ ਉਹ ਮੈਲ ਦੇ ਨਾਲ ਇੰਨਾ ਭਰਿਆ ਹੋਇਆ, ਅਤੇ ਉਹ ਭਰਿਆ ਹੋਇਆ ਮੈਲ ਦੇ ਨਾਲ ਉਹ ਆਖੇ ਮੈਂ ਪਿਆਰ ਕਰਦਾ, ਉਹਦੇ ਪਿਆਰ ਦੇ ਵਿੱਚ ਵੀ ਇੰਨੀ ਗੰਦਗੀ ਹੋਏਗੀ, ਇੰਨਾ ਕੂੜ ਭਰਿਆ ਹੋਏਗਾ ਵੀ ਉਹਦਾ ਪਿਆਰ ਜਿਹੜਾ ਉਹ ਇੰਨਾ ਸਵਾਰਥੀ ਹੋਏਗਾ
ਵੀ ਤਾਈਆਂ ਉਹਨੂੰ ਨਿੱਕੀ ਨਿੱਕੀ ਗੱਲ 'ਤੇ ਗੁੱਸਾ ਚੜ੍ਹੇਗਾ, ਕਰੋਧੀ ਹੋ ਜਾਏਗਾ। ਜਿਹਨੂੰ ਕਹਿੰਦਾ ਮੈਂ ਪਿਆਰ ਕਰਦਾ ਅਤੇ ਉਹਦਾ ਹੀ ਦੁਸ਼ਮਣ ਬਣ ਜਾਏਗਾ। ਦੇਰੀ ਨਹੀਂ ਲੱਗਦੀ ਮਰਨ ਮੁੱਖਾਂ ਨੂੰ, ਕਿੰਨਾ ਕੁ ਸਮਾਂ ਲੱਗਦਾ। ਪਹਿਲਾਂ ਇਕੱਠੇ ਦੋਸਤ ਨੇ ਅਤੇ ਦੋਵਾਂ ਨੂੰ ਦੁਸ਼ਮਣ ਬਣਨ ਲੱਗਿਆਂ ਦੇਰੀ ਨਹੀਂ ਲੱਗਦੀ, ਕਿਉਂਕਿ ਉਹ ਕੁਕੜ ਅੰਦਰ ਇੰਨਾ ਭਰਿਆ ਹੋਇਆ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੋ ਪਿਆਰ ਸਾਨੂੰ ਸਤਿਗੁਰੂ ਦੱਸ ਰਹੇ ਗੁਰਬਾਣੀ ਗੁਰੂ ਵਿੱਚ, ਉਹਦੇ ਵਿੱਚ ਰੱਤੀ ਭਰ ਵੀ ਸਵਾਰਥ ਨਹੀਂ ਹੈ। ਇਹ ਜਿਹੜਾ ਸਵਾਰਥ ਵਾਲਾ ਪਿਆਰ ਉਹ ਬਹੁਤਾ ਲੰਮਾ ਚੱਲਦਾ ਹੀ ਨਹੀਂ, ਅਤੇ ਜਿਹਦੇ ਵਿੱਚ ਕੋਈ ਸਵਾਰਥ ਨਾ ਹੋਵੇ ਉਹ ਆਤਮਿਕ ਪਿਆਰ ਹੈ, ਅਤੇ ਉਹ ਸਾਡਾ ਤਾਂਹੀਓ ਧੁਰ ਤੱਕ ਨਿਭ ਜਾਂਦਾ, ਅਖੀਰ ਦਰਗਾਹ ਤੱਕ। ਹੁਣ ਕਿਵੇਂ ਸਾਡੇ ਅੰਦਰ ਹੀ ਪ੍ਰੇਮਾ ਭਗਤੀ ਪੈਦਾ ਹੋਣੀ, ਉਹਦੇ ਵਾਸਤੇ ਜੋ ਮਹਾਰਾਜ ਆਪਾਂ ਨੂੰ ਕਹਿੰਦੇ ਮਨ ਨੂੰ ਧੋਵੋ, ਮਨ ਨੂੰ ਧੋਣ ਵਾਸਤੇ ਜੋ ਆਪਾਂ ਨੂੰ ਸੱਚੇ ਪਾਤਸ਼ਾਹ ਸਿਮਰਨ ਅਭਿਆਸ ਦੱਸਦੇ ਨੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 Right.
ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ ਇਸ ਸਿਮਰਨ ਅਭਿਆਸ ਕਰਦੇ ਕਰਦੇ ਆਪਾਂ ਮਨ ਨੂੰ ਸੁਣਨ ਵਿੱਚ ਲੈ ਜਾਣਾ। ਜਦੋਂ ਅਸੀਂ ਸੁਣਨ ਵਿੱਚ ਚਲੇ ਜਾਂਦੇ ਹਾਂ ਉੱਥੇ ਜਾ ਕੇ ਸਾਡਾ ਆਪਣਾ ਆਪ ਸਮਰਪਣ ਹੁੰਦਾ। ਫਿਰ ਸੁਣਨ ਦੇ ਵਿੱਚੋਂ ਹੀ ਮਾਲਕ ਸਾਨੂੰ ਆਵਾਜ਼ ਦੇ ਕੇ ਉਠਾਉਂਦੇ ਜਿੱਥੋਂ ਸਾਡੀ ਭਗਤੀ ਸ਼ੁਰੂ ਹੁੰਦੀ। ਰਮਾਉਂਦੇ ਧੁਨ ਉਪਜੀ ਸ਼ਬਦ ਜਗਾਇਆ ਵੀ ਉਹ ਧੁਨ ਪ੍ਰਗਟ ਹੋ ਗਈ, ਸ਼ਬਦ ਪ੍ਰਗਟ ਹੋ ਗਏ ਅਤੇ ਸਾਡਾ ਮਨ ਜਾਗ ਪੈਂਦਾ। ਫਿਰ ਮਨ ਜਾਗ ਕੇ ਉੱਥੇ ਫਿਰ ਸੇਵਾ ਕਰਦਾ। ਉਹ ਸੇਵਾ ਹੁੰਦੀ ਸ਼ਬਦ ਗੁਰੂ ਦੀ। ਮਾਲਕ ਬੋਲ ਰਿਹਾ, ਅਸੀਂ ਸਿਰਫ ਉੱਥੇ ਸੁਣੀ ਜਾਂਦੇ। ਉੱਥੇ ਆਹ ਭਾਸ਼ਾ ਜਿਹੜੀ ਸੰਸਾਰ ਦੀ ਖਤਮ ਹੋ ਜਾਂਦੀ। ਇਸ ਵਾਸਤੇ ਆਪਣੀ ਜਿਹੜੀ ਭਗਤੀ ਸੀ ਉੱਥੋਂ ਸ਼ੁਰੂ ਹੁੰਦੀ ਜਿੱਥੇ ਕੱਚੀ ਬਾਣੀ ਖਤਮ ਹੋ ਜਾਂਦੀ, ਜਿੱਥੇ ਪੌਣ ਪਾਣੀ ਵਸੰਤਰ ਖਤਮ ਹੋ ਜਾਂਦੀ। ਉਸ ਤੋਂ ਅੱਗੇ ਨਾਮ ਸ਼ੁਰੂ ਹੁੰਦਾ ਅਤੇ ਨਾਮ ਤੋਂ ਸਾਡੀ ਭਗਤੀ ਸ਼ੁਰੂ ਹੁੰਦੀ। ਮਹਾਰਾਜ ਤਾਈਓਂ ਫਰਮਾਉਂਦੇ ਪੌਣ ਪਾਣੀ ਅਗਨੀ ਵਿਸਰਾਓ ਤਹੀਂ ਨਿਰੰਜਨ ਸਾਚਾ ਨਾਉ। ਬਈ ਜਿੱਥੇ ਪੌਣ ਪਾਣੀ ਵਸੰਤਰ ਖਤਮ ਹੋ ਗਈ ਉੱਥੋਂ ਨਾਮ ਸ਼ੁਰੂ ਹੋ ਜਾਣਾ ਅਤੇ ਨਾਮ ਤੋਂ ਹੀ ਸਾਡੀ ਭਗਤੀ ਸ਼ੁਰੂ ਹੁੰਦੀ। ਉੱਥੇ ਜਾ ਕੇ ਹੀ ਸਾਡੇ ਅੰਦਰੋਂ ਹਉਮੈ ਦਾ ਨਾਸ ਹੁੰਦਾ। ਮਹਾਰਾਜ ਕਹਿੰਦੇ ਤ੍ਰੈ ਗੁਣ ਮੇਟੇ ਚੌਥੇ ਚਿੱਤ ਲਾਇਆ, ਨਾਨਕ ਹਉਮੈ ਮਾਰ ਬ੍ਰਹਮ ਮਿਲਾਇਆ। ਉਸੇ ਫਿਰ ਸਾਡਾ ਬ੍ਰਹਮ ਨਾਲ ਮਿਲਾਪ ਹੋ ਜੇ। ਔਰ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਇਹ ਹੁਣ ਆਪਾਂ ਪਹਿਲਾਂ ਸਿਮਰਨ ਅਭਿਆਸ ਕਰਨਾ, ਵੱਧ ਤੋਂ ਵੱਧ ਬਹਿੰਦੇ ਉੱਠਦੇ ਕੰਮ ਕਾਰ ਕਰਦੇ ਤਾਂ ਕਿ ਸਾਡਾ ਮਨ ਵਿਚਾਰਾਂ ਤੋਂ ਰਹਿਤ ਹੋਵੇ। ਫਿਰ ਅਸੀਂ ਗੁਰੂ ਦੀ ਸੇਵਾ ਕਰਨੀ ਸ਼ਬਦ ਦੀ, ਫਿਰ ਅਸੀਂ ਸਤਿਗੁਰ ਦੀ ਸੇਵਾ ਕਰਨੀ ਹੁੰਦੀ ਅੱਖੀ। ਗੁਰੂ ਨੇ ਸਾਨੂੰ ਅੱਗੇ ਸਤਿਗੁਰ ਦੀ ਸੇਵਾ 'ਤੇ ਲਾਉਣਾ ਹੁੰਦਾ। ਇਹ ਸਤਿਗੁਰ ਦੀ ਸੇਵਾ ਵਾਸਤੇ ਫਿਰ ਕਹਿੰਦੇ ਵੀ ਗਾਖੜੀ ਹੈ ਔਖੀ, ਵੀ ਆਪਣਾ ਆਪਾ ਦੇਣਾ ਪੈਂਦਾ, ਆਪਣਾ ਆਪਾ ਵਾਰਨਾ ਪੈਂਦਾ। ਇਸ ਲਈ ਕਹਿੰਦੇ ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੇ ਆਪ ਗਵਾਏ। ਬਈ ਸਿਰ ਦੇਣਾ ਪੈਂਦਾ ਅਤੇ ਆਪਣਾ ਆਪਾ ਗਵਾਉਣਾ ਪੈਂਦਾ। ਸ਼ਬਦ ਮਿਲੇ ਤਾਂ ਹਰ ਮਿਲੇ, ਸੇਵਾ ਪਵੇ ਸਭ ਥਾਈ। ਵੀ ਜੇ ਸਾਨੂੰ ਹੁਣ ਸ਼ਬਦ ਗੁਰੂ ਦੇ ਨਾਲ ਸਾਡੀ ਸੁਰਤੀ ਜੁੜ ਜੇਗੀ ਅਤੇ ਸਾਡੀ ਕੀਤੀ ਹੋਈ ਸੇਵਾ ਥਾਈ ਪੈ ਜਾਂਦੀ। ਅਤੇ ਫਿਰ ਕਹਿੰਦੇ ਪਾਰਸ ਮਿਲਿਆ ਪਾਰਸ ਹੋਈ, ਜੋਤੀ ਜੋਤ ਸਮਾਈ। ਫਿਰ ਮਾਲਕ ਪਰਮਾਤਮਾ ਨੂੰ ਮਿਲ ਕੇ ਸਾਡਾ ਮਨ ਉਹਦੇ ਵਿੱਚ ਹੀ ਸਮਾ ਜਾਂਦਾ ਅਤੇ ਪਾਰਸ ਨੂੰ ਮਿਲ ਕੇ ਪਾਰਸੀ ਹੋ ਜਾਂਦਾ। ਸੱਚ ਨੂੰ ਮਿਲ ਕੇ ਸੱਚ ਦਾ ਹੀ ਰੂਪ ਹੋ ਜਾਂਦਾ। ਇਸ ਵਾਸਤੇ ਗੁਰਮੁਖ ਪਿਆਰਿਓ ਹੁਣ ਇਹ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ, ਬਹਿੰਦੇ ਉੱਠਦੇ ਕੰਮ ਕਾਰ ਕਰਦੇ। ਗੁਰਬਾਣੀ ਗੁਰੂ ਨੂੰ ਜਦੋਂ ਪੜ੍ਹਦੇ ਹਾਂ ਸਹਿਜ ਵਿੱਚ ਵਿਚਾਰਨਾ ਖੋਜਣਾ ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ। ਅਤੇ ਵੱਧ ਤੋਂ ਵੱਧ ਇਹ ਆਪਾਂ ਸਤਸੰਗਤ ਕਰ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਹੀ ਆਪਾਂ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਸਾਡੇ ਹਿਰਦੇ 'ਚ ਵਸ ਜੇ। ਅਤੇ ਜੋ ਆਪਣਾ ਸਮਾਗਮ ਚੱਲ ਰਿਹਾ ਗੁਰਦੁਆਰਾ ਬ੍ਰਹਮ ਕਚਾਓ ਬ੍ਰਹਮ ਗਿਆਨ ਕੇਂਦਰ ਮੋਗਾ, 31 ਤਰੀਕ ਤੱਕ ਹਜੇ ਸਮਾਗਮ ਚੱਲਣਾ ਹੈ। ਅਤੇ ਜਿੰਨਾ ਵੀ ਆਪਾਂ ਸਮਾਂ ਕੱਢ ਸਕਦੇ ਹਾਂ ਸੰਗਤ ਕਰਕੇ ਵੱਧ ਤੋਂ ਵੱਧ ਆਪਦੇ ਜੀਵਨ ਦਾ ਲਾਹਾ ਹੈ ਇਹ ਆਪਾਂ ਲਾਹਾ ਕੱਢਣਾ। ਸੋ ਇੰਨੀਆਂ ਬੇਨਤੀਆਂ ਨੇ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ ਬਖਸ਼ ਦੇਣਾ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿ